ਅੱਜ ਕੀ ਤੁਸੀਂ ਇਹ ਕਹੋਗੇ ਕਿ ਕਾਂਗਰਸ ਕਿਸਾਨ ਵਿਰੋਧੀ ਹੈ? ਇਹਦੇ ਤੇ ਵਿਚਾਰ ਵਟਾਂਦਰਾ ਕਰ ਰਹੇ ਆ ਜੀ, ਜਲਦ ਇਹਦੇ ਤੇ ਕੋਈ ਫੈਸਲਾ ਲਵਾਂਗੇ। ਤੁਹਾਡੇ ਵਿਧਾਇਕ ਜਿਹੜੇ ਸਿਆਸੀ ਪ੍ਰੋਗਰਾਮ ਕਰ ਰਹੇ ਨੇ ਉਹ ਕਿਹੜੀ ਸਰਕਾਰ ਦੇ ਪ੍ਰੋਗਰਾਮਾਂ ਦੀ ਲਿਸਟ ਦੇ ਵਿੱਚ ਆਉਂਦੇ ਨੇ? ਕੋਈ ਵੀ ਡਿਵੈਲਪਮੈਂਟ ਆ ਕੋਈ ਵੀ ਕਰਨੀ ਹੈ ਉਹ ਐਮਐਲਏ ਮੰਤਰੀਆਂ ਨੇ ਜਾਣਾ ਹੀ ਹੈ ਜੀ, ਉਹ ਕਰਨੀ ਹੈ ਜਿਹੜੇ ਸਰਕਾਰ ਦੇ ਪ੍ਰੋਗਰਾਮ ਨੇ ਲੈ ਕੇ ਜਾਣਾ ਹੀ ਹੈ। ਅੱਜ ਵੀ ਜਿਹੜਾ ਸੀਐਮ ਦਾ ਫੰਕਸ਼ਨ ਕਹਿ ਰਹੇ ਨੇ ਨਾ ਖੁੱਲਰ ਸਾਹਿਬ, ਉਹ ਇੱਕ ਸਿਆਸੀ ਰੈਲੀ ਸੀ, ਅਸੀਂ ਉਹਨੂੰ ਸਿਆਸੀ ਰੈਲੀ ਕਹਾਂਗੇ। ਜੋ ਖਦਸ਼ੇ ਤੁਹਾਡੇ ਵੱਲੋਂ ਪ੍ਰਗਟ ਕੀਤੇ ਜਾ ਰਹੇ ਸੀਗੇ ਕਿ ਇਹ ਕਿਸੇ ਇੱਕ ਪਾਰਟੀ ਨੂੰ ਫਾਇਦਾ ਨਾ ਕਰ ਜਾਵੇ ਇਹ ਫੈਸਲਾ, ਤੁਹਾਨੂੰ ਵੀ ਲੱਗਦਾ ਕਿ ਉਹੀ ਕੰਮ ਹੋ ਰਿਹਾ? ਔਰ ਜਿਹੜਾ ਉਦਣ ਫੈਸਲਾ ਲਿਆ ਗਿਆ ਹਰਪ੍ਰੀਤ ਜੀ, ਦੇਖੋ ਕਿਤੇ ਨਾ ਕਿਤੇ ਉਹਦੀ ਜਿਹੜੀ ਲੋਕਾਂ ਦੇ ਵਿੱਚ ਗੱਲ ਗਈ ਹੈ ਉਹ ਇਸ ਤਰੀਕੇ ਨਾਲ ਲੱਗਿਆ ਕਿ ਜਿੱਦਾਂ ਸਰਕਾਰ ਦੇ ਵਿਰੁੱਧ ਪ੍ਰਚਾਰ ਬੰਦ ਕਰਤਾ ਔਰ ਸਰਕਾਰ ਨੂੰ ਕਿਹਾ ਕਿ ਤੁਸੀਂ ਆਪਣਾ ਪ੍ਰਚਾਰ ਕਰੋ। ਰਾਜੇਵਾਲ ਸਾਹਿਬ ਦੇ ਆ ਬਾਕੀਆਂ ਦੇ ਬਿਆਨਾਂ ਤੇ ਕਾਂਗਰਸ ਉਹਦੀ ਸ਼ਹਿ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਹੈ ਡਰ ਪੈ। ਬਾਜਵਾ ਸਾਹਿਬ ਲਿਖਤੀ ਰੋਜ਼ ਪ੍ਰੋਗਰਾਮ ਜਾਰੀ ਕਰਦੇ ਨੇ। ਸੀਐਮ ਸਾਹਿਬ ਦਾ ਅੱਜ ਦਾ ਜਿਹੜਾ ਫੰਕਸ਼ਨ ਸੀ ਸਾਰੇ ਪੋਲੀਟੀਕਲ ਸਪੀਚ ਸੀ। ਸਟਰੋਂਗ ਲੋਕਤੰਤਰ ਦੀ ਮੰਗ ਦੇ ਲਈ ਐਡਾ ਵੱਡਾ ਧਰਨਾ ਲਾ ਕੇ ਬੈਠੀਆਂ ਹੋਈਆਂ ਨੇ। ਉਹ ਖੁਦ ਹੀ ਜਦੋਂ ਲੋਕਤੰਤਰ ਦੀ ਪ੍ਰਕਿਰਿਆ ਰੋਕਣਗੀਆਂ ਤਾਂ ਫਿਰ ਸਵਾਲ ਤਾਂ ਖੜਾ ਹੋਏਗਾ। ਇਹਨੂੰ ਦੁਬਾਰਾ ਤੇ ਵਿਚਾਰਨਾ ਚਾਹੀਦਾ। ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਦੁਬਾਰਾ ਇੱਕ ਮੀਟਿੰਗ ਕਰਨੀ ਚਾਹੀਦੀ ਹੈ। ਉਹਦੇ ਵਿੱਚ ਕਲੀਅਰ ਕਰਨਾ ਚਾਹੀਦਾ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ, ਤਾਂ ਕਿ ਪੋਲੀਟੀਕਲ ਐਕਟੀਵਿਟੀਜ਼ ਵੀ ਚੱਲਦੀਆਂ ਰਹਿਣ ਔਰ ਮਾਹੌਲ ਵੀ ਖਰਾਬ ਨਾ ਹੋਵੇ। ਤੁਸੀਂ ਗੱਲ ਕਰਕੇ ਮੁਕਰੋ ਨਾ ਫਿਰ। ਅਸੀਂ ਕਦੋਂ ਕਿਹਾ ਕਿ ਜੀ ਇਹ ਪ੍ਰਚਾਰ ਨਾ ਕਰਨ? ਜਿਹੜਾ ਕਿਸਾਨ ਜਥੇਬੰਦੀਆਂ ਦਾ ਫੈਸਲਾ ਉਹ ਕਿਸਾਨ ਜਥੇਬੰਦੀਆਂ ਨੇ ਲਿਆ। ਕੀ ਤੁਹਾਡੇ 'ਚ ਹੁਣ ਹਿੰਮਤ ਹੈਗੀ ਹੈ ਕਾਂਗਰਸ ਨੂੰ ਕਹੋ ਤੁਸੀਂ ਐਂਟੀ ਫਾਰਮਰ ਹੈ, ਐਂਟੀ ਕਿਸਾਨ ਵਿਰੋਧੀ ਹੈ? ਦੇਖੋ ਅਸੀਂ ਕੌਣ ਹੁੰਨੇ ਕਿਸੇ ਨੂੰ ਫਾਰਮਰ ਜਾਂ ਐਂਟੀ ਫਾਰਮਰ ਕਹਿਣ ਵਾਲੇ? ਸਾਹਿਬ ਤੁਹਾਡੀ ਸਟੇਟਮੈਂਟ ਹੈ, ਹੁਣੇ ਦੀ ਮੈਂ ਰਿਵਰਸ ਕਰਾ ਕੇ ਦੁਬਾਰਾ ਕਢਾ ਦਿੰਨਾ। ਤੁਸੀਂ ਕਹਿ ਰਹੇ ਹੋ ਕਿ ਇਹ ਲੋਕਤੰਤਰਕ ਅਧਿਕਾਰ ਹੈ, ਬੀਜੇਪੀ ਵੀ ਕਰੇ, ਅਸੀਂ ਕਿਹੜਾ ਰੋਕ ਰਹੇ ਹਾਂ? ਇਹ ਤਾਂ ਤੁਸੀਂ ਕਹਿ ਰਹੇ ਹੋ ਨਾ, ਇਹ ਫਿਰ ਹੈ ਨਾ ਲੋਕਤੰਤਰਕ ਅਧਿਕਾਰ। ਇੰਡੀਵਿਜੂਅਲ ਰਾਏ ਦਿੱਤੀ ਆ ਖੁੱਲਰ ਸਾਹਿਬ, ਮੈਂ ਤੁਹਾਨੂੰ ਇੰਡੀਵਿਜੂਅਲ ਕਰਕੇ ਨਹੀਂ ਇੱਥੇ ਬਿਠਾਇਆ, ਮੈਂ ਤੁਹਾਨੂੰ ਪਾਰਟੀ ਦਾ ਪ੍ਰਵਕਤਾ ਕਰਕੇ ਬਿਠਾਇਆ। ਤੁਹਾਡੀ ਹਰ ਸਟੇਟਮੈਂਟ ਪਾਰਟੀ ਦੀ ਸਟੇਟਮੈਂਟ ਹੋਏਗੀ, ਪ੍ਰਿੰਸ ਖੁੱਲਰ ਦੀ ਸਟੇਟਮੈਂਟ ਨਹੀਂ ਹੋਏਗੀ। ਅੱਜ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਆਗੂ ਨੇ ਸ਼ਰੇਆਮ ਕਿਹਾ ਕਿ ਅਸੀਂ ਇਕੱਠ ਕਰਾਂਗੇ, ਅਸੀਂ ਵੀ ਛੋਟੇ-ਛੋਟੇ ਪ੍ਰੋਗਰਾਮ ਕਰਾਂਗੇ, ਨਹੀਂ ਤਾਂ ਕਿਸਾਨ ਸਾਨੂੰ ਦੱਸਣ ਕਿ ਅਸੀਂ ਆਪਣਾ ਪ੍ਰਚਾਰ ਕਿਵੇਂ ਕਰੀਏ। ਇਹ ਮੰਨਦੇ ਹੋ ਕਿ ਤੁਹਾਡਾ ਫੈਸਲਾ ਗਲਤ ਸੀਗਾ? ਫਿਰ ਦੇਖੋ ਜੀ, ਸਾਡਾ ਕੋਈ ਫੈਸਲਾ ਗਲਤ ਨਹੀਂ ਹੈ। ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਲਗਾਤਾਰ ਕਿਸਾਨੀ ਮੋਰਚੇ ਦੀ ਇੱਕ ਬੜੀ ਖੂਬਸੂਰਤ ਗੱਲ ਨਜ਼ਰ ਆਈ ਸੀ ਜਦੋਂ ਦਾ ਇਹ ਕਿਸਾਨੀ ਮੋਰਚਾ ਲੱਗਿਆ ਸੀ, ਔਰ ਇਹ ਕਿਸਾਨੀ ਮੋਰਚਾ ਲਗਾਤਾਰ ਇਹ ਕਹਿੰਦਾ ਆਇਆ ਸੀ ਕਿ ਸਿਆਸਤ ਤੋਂ ਅਸੀਂ ਕੋਹਾਂ ਦੂਰ ਹਾਂ, ਨਾ ਤਾਂ ਸਿਆਸੀ ਪਾਰਟੀਆਂ ਨੂੰ ਇਸ ਤੇ ਸਿਆਸਤ ਕਰਨ ਦਾਂਗੇ ਤੇ ਨਾ ਹੀ ਅਸੀਂ ਕਦੇ ਸਿਆਸਤ ਦਾ ਹਿੱਸਾ ਬਣਾਂਗੇ। ਪਰ ਹਾਲ ਫਿਲਹਾਲ ਜੋ ਕੁਝ ਹੋ ਰਿਹਾ ਹੈ ਉਸਨੇ ਜ਼ਰੂਰ ਸ਼ੰਕੇ ਪੈਦਾ ਕਰ ਦਿੱਤੇ ਨੇ ਕਿ ਕੀ ਕਿਸਾਨੀ ਅੰਦੋਲਨ ਦਾ ਸਿਆਸੀਕਰਨ ਤਾਂ ਨਹੀਂ ਹੋ ਗਿਆ, ਔਰ ਇਹ ਸਿਆਸੀਕਰਨ ਕਰਨ ਵਾਲੇ ਕੌਣ ਨੇ? ਖੁਦ ਕਿਸਾਨ ਲੀਡਰ ਤਾਂ ਨਹੀਂ ਹੈਗੇ ਹੈ? ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਹੁਣ ਸਿਆਸੀ ਹਲਕਿਆਂ ਦੇ ਵਿੱਚ ਚੁੱਕੇ ਜਾ ਰਹੇ ਨੇ, ਭਾਵੇਂ ਉਹ ਸਿਆਸੀ ਪਾਰਟੀਆਂ ਹੋਣ, ਸਿਆਸੀ ਸਮਝ ਰੱਖਣ ਵਾਲੇ ਲੋਕ ਹੋਣ, ਆਮ ਲੋਕ ਹੋਣ, ਈਵਨ ਕਿਸਾਨ ਵੀ ਨੇ ਜਿਹੜੇ, ਉਹ ਵੀ ਹੁਣ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਹੜੇ ਕੰਮਾਂ 'ਚ ਪੈ ਗਏ। ਸਾਡਾ ਮਕਸਦ ਕੁਝ ਹੋਰ ਸੀ, ਮੋਰਚੇ ਦਾ ਮਕਸਦ ਕੁਝ ਹੋਰ ਸੀ। ਮੋਰਚੇ ਦਾ ਮਕਸਦ ਸੀ ਉਹ 3 ਕਾਲੇ ਕਾਨੂੰਨ ਰੱਦ ਕਰਾਉਣਾ, ਦਿੱਲੀ ਦੇ ਵਿੱਚ ਮੋਰਚੇ ਲਾਣਾ, ਦਿੱਲੀ ਦੀ ਕੇਂਦਰ ਸਰਕਾਰ ਦੇ ਖਿਲਾਫ ਡਟ ਕੇ ਖੜੇ ਹੋਣਾ। ਪਰ ਉਹ ਲੜਾਈ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਕਿਉਂ ਪਾ ਲਈ? ਇਸ ਦਾ ਸਿੱਧਾ ਇਸ਼ਾਰਾ ਅੱਜ ਮੁੱਖ ਮੰਤਰੀ ਪੰਜਾਬ ਨੇ ਵੀ ਦਿੱਤਾ ਕਿ ਦਿੱਲੀ ਦੀ ਲੜਾਈ ਦਿੱਲੀ ਜਾ ਕੇ ਲੜੋ, ਪੰਜਾਬ 'ਚ ਲੜਨ ਦੀ ਕੋਈ ਲੋੜ ਨਹੀਂ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਈ ਲੋੜ ਨਹੀਂ। ਬੜੀ ਸਖਤ ਟਿੱਪਣੀ ਵੀ ਅੱਜ ਸੀਐਮ ਸਾਹਿਬ ਨੇ ਕੀਤੀ, ਉਹ ਟਿੱਪਣੀ ਵੀ ਤੁਹਾਨੂੰ ਸੁਣਾਵਾਂਗੇ। ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਕੀਤੇ ਜਾ ਰਹੇ ਨੇ। ਜੋ ਕਿਸਾਨੀ ਅੰਦੋਲਨ ਕਰਨ ਵਾਲੇ ਕਿਸਾਨ ਲੀਡਰ ਨੇ ਉਹਨਾਂ ਦੇ ਫੈਸਲੇ ਤੇ ਵੀ ਬੜਾ ਖਦਸ਼ਾ ਵਿਰੋਧੀ ਧਿਰਾਂ ਨੇ ਜਤਾਇਆ ਸੀ ਕਿ ਜੋ ਕਿਸਾਨ ਆਗੂ, ਖਾਸ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਨਾਮ ਲੈ ਕੇ ਕਿਹਾ ਜਾਂਦਾ ਕਿ ਜੋ ਫੈਸਲਾ ਉਹਨਾਂ ਨੇ ਸੁਣਾਇਆ ਸੀ ਕਿ ਸਰਕਾਰ ਆਪਣੇ ਕੰਮ ਕਰਦੀ ਰਹੇਗੀ ਪਰ ਵਿਰੋਧੀ ਧਿਰਾਂ ਨੂੰ ਕੋਈ ਹੱਕ ਨਹੀਂ ਹੈ, ਵਿਰੋਧੀ ਧਿਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਸਰਗਰਮੀ ਨਹੀਂ ਕਰਨ ਦਿੱਤੀ ਜਾਏਗੀ। ਇਹ ਖਦਸ਼ਾ ਸੀ ਵਿਰੋਧੀ ਧਿਰਾਂ ਨੂੰ ਕਿ ਸਰਕਾਰ, ਕਾਂਗਰਸ ਪਾਰਟੀ ਖਾਸ ਤੌਰ ਤੇ ਸਰਕਾਰ ਦੀ ਆੜ ਦੇ ਵਿੱਚ ਸਾਰੇ ਕੰਮ ਕਰੇਗੀ। ਸਰਕਾਰ ਦੀ ਆੜ ਤਾਂ ਛੱਡੋ, ਉਹ ਖੁੱਲੇਆਮ ਹੀ ਕੰਮ ਕਰੀ ਜਾਂਦੇ ਨੇ, ਖੁੱਲੇਆਮ ਰੈਲੀਆਂ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ, ਚੋਣ ਦਫ਼ਤਰ ਖੋਲ ਰਹੇ ਨੇ, ਪਰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ, ਕਿਸੇ ਤਰ੍ਹਾਂ ਦੀ ਕੋਈ ਉਹਨਾਂ ਤੇ ਟੀਕਾ ਟਿੱਪਣੀ ਨਹੀਂ ਹੋ ਰਹੀ। ਜਿਸ ਕਰਕੇ ਵਾਰ-ਵਾਰ ਹੁਣ ਲੋਕ ਸਵਾਲ ਪੁੱਛਦੇ ਨੇ ਕਿ ਤੁਹਾਡੀ ਚੁੱਪੀ ਬਹੁਤ ਕੁਝ ਜ਼ਾਹਰ ਕਰਦੀ ਹੈ। ਇਹ ਚੁੱਪੀ ਬਹੁਤ ਖਤਰਨਾਕ ਹੈ ਤੁਹਾਡੇ ਅੰਦੋਲਨ ਵਾਸਤੇ ਵੀ, ਪੰਜਾਬ ਵਾਸਤੇ ਵੀ, ਸਿਆਸੀ ਧਿਰਾਂ ਵਾਸਤੇ ਵੀ। ਇਸੇ ਤੇ ਹੀ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਕਰਾ ਦਿੰਦੇ, ਫਿਰ ਆਪਾਂ ਅੱਗੇ ਵਧਦੇ ਹਾਂ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ, ਬੁਲਾਰੇ ਆਮ ਆਦਮੀ ਪਾਰਟੀ ਦੇ, ਔਰ ਇਹ ਉਸ ਵਫਦ ਦਾ ਹਿੱਸਾ ਵੀ ਸੀ ਜੋ ਆਮ ਆਦਮੀ ਪਾਰਟੀ ਵੱਲੋਂ ਗਿਆ ਸੀ ਕਿਸਾਨਾਂ ਨੂੰ ਮਿਲਣ ਦੇ ਲਈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਾਹਿਬ, ਬੁਲਾਰੇ ਸ਼੍ਰੋਮਣੀ ਅਕਾਲੀ ਦਲ ਦੇ। ਪ੍ਰਿੰਸ ਖੁੱਲਰ ਸਾਹਿਬ, ਉਪ ਪ੍ਰਧਾਨ ਨੇ ਪੰਜਾਬ ਯੂਥ ਵਿਕਾਸ ਬੋਰਡ ਦੇ। ਰਵਨੀਤ ਸਿੰਘ ਰਿੱਕੀ, ਆਗੂ ਨੇ BKU ਕਾਦੀਆਂ ਦੇ। ਔਰ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ, ਸਿਆਸੀ ਮਾਹਰ ਨੇ।
ਵੈਸੇ ਤਾਂ ਪਿਛਲੇ 3-4 ਦਿਨਾਂ ਤੋਂ ਸਿਆਸੀ ਸਰਗਰਮੀਆਂ ਕਾਂਗਰਸ ਦੀਆਂ ਚੱਲ ਹੀ ਰਹੀਆਂ ਨੇ, ਸਰਕਾਰ ਦੀਆਂ ਵੀ ਚੱਲ ਹੀ ਰਹੀਆਂ ਨੇ। ਅੱਜ ਸੀਐਮ ਸਾਹਿਬ ਦਾ ਵੀ ਇੱਕ ਬੜਾ ਵੱਡਾ ਪ੍ਰੋਗਰਾਮ ਸੀਗਾ, ਉਸ ਤੋਂ ਇਲਾਵਾ 2 ਹੋਰ ਵੀ ਪ੍ਰੋਗਰਾਮ ਸੀਗੇ ਵੱਖੋ-ਵੱਖ ਕਾਂਗਰਸੀ ਆਗੂਆਂ ਦੇ। ਕੁਝ ਝਲਕੀਆਂ ਤੁਹਾਨੂੰ ਦਿਖਾ ਦਿੰਦੇ, ਉਹ ਝਲਕੀਆਂ ਦੇਖਣੀਆਂ ਬੜੀਆਂ ਜ਼ਰੂਰੀ ਨੇ। ਉੱਥੋਂ ਤੁਹਾਨੂੰ ਸਮਝ ਆ ਜਾਏਗਾ ਕਿ ਇਹ ਸਰਕਾਰ ਦਾ ਕੰਮ ਸੀਗਾ ਜਾਂ ਪੋਲੀਟੀਕਲ ਪਾਰਟੀ ਦਾ ਕੰਮ ਸੀ। ਸੋ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਅੱਜ ਬਠਿੰਡਾ ਦੇ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਹੈ। ਅੱਜ ਤੋਂ 2022 ਦੇ ਲਈ ਚੋਣ ਸਰਗਰਮੀਆਂ ਵਿੜ ਦਿੱਤੀਆਂ ਨੇ। ਆਫੀਸ਼ੀਅਲੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਪਾਇਆ 2022 ਦੇ ਲਈ ਆਪਣਾ ਚੋਣ ਦਫ਼ਤਰ ਦਾ ਆਗਾਜ਼ ਅਸੀਂ ਅੱਜ ਤੋਂ ਕਰਦੇ ਹਾਂ। ਸੁਖਜਿੰਦਰ ਰੰਧਾਵਾ ਕੈਬਨਿਟ ਮਿਨਿਸਟਰ ਨੇ, ਉਹਨਾਂ ਨੇ ਵੀ ਅੱਜ ਇੱਕ ਸਿਆਸੀ ਇਕੱਠ ਕੀਤਾ। ਉਹਨਾਂ ਨੇ ਕਿਹਾ ਕਿ 2022 ਦੀਆਂ ਤਿਆਰੀਆਂ ਦੇ ਲਈ ਹੁਣੇ ਤੋਂ ਸ਼ੁਰੂ ਕਰਾਂਗੇ ਤਾਂ ਜਾ ਕੇ 2022 ਤੱਕ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਪਾਵਾਂਗੇ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਕਿਸਾਨੀ ਮੋਰਚੇ ਨੇ ਖਾਸ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇਹ ਸਾਫ਼ ਕਰ ਦਿੱਤਾ ਸੀਗਾ ਕਿ ਸਰਕਾਰ ਆਪਣੇ ਕੰਮ ਕਰਦੀ ਰਹੇ, ਪਰ ਕਾਂਗਰਸ ਪਾਰਟੀ ਆਪਣੀ ਕੋਈ ਵੀ ਸਿਆਸੀ ਰੈਲੀ, ਕੋਈ ਸਿਆਸੀ ਇਕੱਠ ਨਾ ਕਰੇ। ਇਹ ਹੁਣ ਸਿਆਸੀ ਇਕੱਠ ਨਹੀਂ ਤਾਂ ਹੋਰ ਕੀ ਹੈ? ਇਸ ਦੇ ਬਾਵਜੂਦ ਤੁਹਾਡੀ ਚੁੱਪੀ, ਖਾਸ ਤੌਰ ਤੇ ਕਿਸਾਨ ਆਗੂਆਂ ਦੀ, ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ, ਇਹ ਅੱਜ ਦੀ ਗੱਲ ਨਹੀਂ ਹੈ। ਕੱਲ ਤੇ ਪਰਸੋਂ ਵੀ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਐਮਐਲਏ ਨੇ ਜਿਹੜੇ ਉਹਨਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਕੀਤੀਆਂ, ਪਰ ਨਾਟ ਇਵਨ ਅ ਸਿੰਗਲ ਸਟੇਟਮੈਂਟ, ਕੋਈ ਸਟੇਟਮੈਂਟ ਨਹੀਂ ਆਂਦੀ। ਤਾਂ ਕਰਕੇ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਸ਼ਾਇਦ ਤੁਹਾਡੀ ਮਨਸ਼ਾ ਕੁਝ ਹੋਰ ਹੀ ਤਾਂ ਨਹੀਂ ਸੀਗੀ। ਇਸੇ ਤੇ ਹੀ ਵਿਚਾਰ ਚਰਚਾ ਲੈ ਕੇ ਰਵਨੀਤ ਸਿੰਘ ਰਿੱਕੀ ਕੋਲ ਹੀ ਪਹਿਲਾਂ ਚੱਲਦੇ ਹਾਂ। ਆਗੂ ਨੇ ਬੀਕੇਯੂ ਕਾਦੀਆਂ ਦੇ। ਹਾਂਜੀ ਰਿੱਕੀ ਸਾਹਿਬ, ਹੁਣ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਤੁਹਾਡੇ WhatsApp ਵੀ ਕਰ ਦਿੱਤੀਆਂ ਨੇ, ਤੁਸੀਂ ਦੇਖ ਲਿਓ। ਉਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ। ਇੱਕ ਸਿੱਧੀ ਤੇ ਸਪਸ਼ਟ ਸਟੇਟਮੈਂਟ ਸੀ ਤੁਹਾਡੀ, ਇਹ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਸਰਗਰਮੀ ਨਹੀਂ ਹੋਣੀ ਚਾਹੀਦੀ, ਸਰਕਾਰ ਆਪਣੇ ਕੰਮ ਕਰਦੀ ਰਹੇ। ਇੱਥੇ ਤਾਂ ਸਭ ਕੁਝ ਪੁੱਠਾ ਹੋ ਗਿਆ। ਹੁਣ ਤੁਸੀਂ ਇੱਕ ਸਟੇਟਮੈਂਟ ਤੱਕ ਨਹੀਂ ਜਾਰੀ ਕਰਦੇ। ਕੀ ਤੁਸੀਂ ਇਹ ਗੱਲ ਜਦੋਂ ਕਹੀ ਸੀ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡਾ ਕਿਹਾ ਨਹੀਂ ਮੰਨਣਗੀਆਂ, ਸਾਡੀ ਅਪੀਲ ਨਹੀਂ ਮੰਨਣਗੀਆਂ, ਉਹ ਕਿਸਾਨ ਵਿਰੋਧੀ ਹੋਣਗੀਆਂ, ਉਹ ਕਿਸਾਨ ਅੰਦੋਲਨ ਦੇ ਵਿਰੋਧੀ ਹੋਣਗੀਆਂ, ਅੱਜ ਕੀ ਤੁਸੀਂ ਇਹ ਕਹੋਗੇ ਕਿ ਕਾਂਗਰਸ ਕਿਸਾਨ ਵਿਰੋਧੀ ਹੈ? ਹਰਪ੍ਰੀਤ ਜੀ, ਦੱਸਣਾ ਚਾਹੂੰਗਾ ਇਹ ਕਿੱਥੋਂ ਸਟਾਰਟ ਹੋਇਆ। ਅਕਾਲੀ ਦਲ ਦੀ ਇੱਕ ਚਿੱਠੀ ਆਉਂਦੀ ਹੈ ਜਿਹਦੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀਆਂ ਰੈਲੀਆਂ ਕਰ ਰਹੇ ਹਾਂ, ਲੋਕ ਉਹਦੇ ਵਿੱਚ ਆ ਕੇ ਸਾਨੂੰ ਸਵਾਲ ਪੁੱਛਦੇ ਆ ਤੇ ਅਸੀਂ ਜਿਹੜੇ ਉੱਥੇ ਸਵਾਲ ਦੀ ਵਾਰਤਾਲਾਪ ਹੁੰਦੀ ਆ ਉਹਦੇ ਵਿੱਚ ਕਿਤੇ ਨਾ ਕਿਤੇ 2-4 ਵਾਰ ਘਟਨਾਵਾਂ ਐਸੀਆਂ ਹੋਈਆਂ ਜਿਹੜੀਆਂ ਪੰਜਾਬ ਲਈ ਨਹੀਂ ਚੰਗੀਆਂ ਸੀ। ਠੀਕ ਹੈ, ਠੀਕ ਹੈ। ਸੋ ਅਸੀਂ ਡਿਸਾਈਡ ਕੀਤਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾ ਕੇ ਇੱਕ ਬੇਨਤੀ ਕੀਤੀ ਜਾਵੇ ਵੀ ਜਿੰਨਾ ਚਿਰ ਇਲੈਕਸ਼ਨ ਕਮਿਸ਼ਨ ਅਨਾਉਂਸ ਨਹੀਂ ਕਰਦਾ ਉਨੀ ਦੇਰ ਤੁਸੀਂ ਇਹ ਜਿਹੜੀਆਂ ਰੈਲੀਆਂ ਪੋਸਟਪੋਨ ਕਰੋ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ। ਅਸੀਂ ਉਹ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ, ਅਪੀਲ ਕੀਤੀ ਸੀ, ਉਹਦੇ ਵਿੱਚ ਕਾਂਗਰਸ ਨੂੰ ਵੀ ਕੀਤੀ ਸੀ, ਪਰ ਨਾਲ ਅਸੀਂ ਇਹ ਵੀ ਕਿਹਾ ਸੀ ਵੀ ਜਿਹੜੇ ਲੋਕਾਂ ਦੇ ਇਹ ਕੰਮ ਹੋ ਰਿਹਾ, ਲੋਕਾਂ ਦਾ ਜਿਹੜਾ ਕਿਸੇ ਤਰ੍ਹਾਂ ਦੇ ਕੋਈ ਚੈੱਕ ਵੰਡੇ ਜਾਣੇ ਜਾਂ ਕੁਝ ਹੋਰ ਜਿਹੜੀਆਂ ਸਹੂਲਤਾਂ, ਮੁੱਢਲੀ ਸਹੂਲਤਾਂ ਪ੍ਰੋਵਾਈਡ ਕਰਨੀਆਂ, ਉਹਦੇ ਲਈ ਕੋਈ ਸਰਕਾਰੀ ਅਫਸਰ ਜਾ ਕੇ 2-4 ਬੰਦੇ ਜਾ ਕੇ ਪਿੰਡ ਵਿੱਚ ਜਾਂ ਕਿਤੇ ਨਾ ਕਿਤੇ ਉਹ ਚੈੱਕ ਦਿੱਤੇ ਜਾਣ, ਲੋਕਾਂ ਨੂੰ ਦਿੱਤੇ ਜਾਣ, ਤਾਂ ਕਿ ਜਿਹੜਾ ਇੱਕ ਵਿਕਾਸ ਹੈ ਉਹ ਨਾ ਰੁਕੇ। ਆਮ ਲੋਕਾਂ ਨੂੰ ਜਿਹੜੀਆਂ ਕੋਈ ਸਰਕਾਰ ਚੀਜ਼ ਪ੍ਰੋਵਾਈਡ ਕਰਨੀ ਚਾਹੁੰਦੀ, ਜਿਹੜੀ ਇਹਦੇ ਮੈਨੀਫੈਸਟੋ ਦੇ ਵਿੱਚ ਸੀ, ਉਹ ਚੀਜ਼ਾਂ ਦਿੱਤੀਆਂ ਜਾਣ। ਪਰ ਅਸੀਂ ਵੀ ਇਹ ਦੇਖ ਕੇ ਹੈਰਾਨ ਆ ਵੀ ਕੁਝ ਦਿਨਾਂ ਤੋਂ ਜਿਹੜੀਆਂ ਰੈਲੀਆਂ ਉਹਨਾਂ ਨੂੰ ਵੱਡਾ ਰੂਪ ਦਿੱਤਾ ਜਾ ਰਿਹਾ ਹੈ। ਇਹਦੇ ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਜੀ, ਜਲਦ ਇਹਦੇ ਤੇ ਕੋਈ ਫੈਸਲਾ ਲਵਾਂਗੇ ਇਹਦੇ ਤੇ ਵੀ। ਪਰ ਰਵਨੀਤ, ਤੁਹਾਨੂੰ ਇਹ ਲੱਗਦਾ ਨਹੀਂ ਕਿ ਇਹ ਸਰੇਆਮ ਧੱਕਾ ਹੋ ਰਿਹਾ ਵਿਰੋਧੀ ਧਿਰਾਂ ਦੇ ਨਾਲ? ਵਿਰੋਧੀ ਧਿਰਾਂ ਨੇ ਤੁਹਾਨੂੰ ਪਹਿਲਾਂ ਹੀ ਖਦਸ਼ਾ ਜਤਾਇਆ ਸੀਗਾ। ਆਮ ਆਦਮੀ ਪਾਰਟੀ, ਸੰਘੇੜਾ ਸਾਹਿਬ ਉਸ ਵਫਦ ਦਾ ਮੈਂਬਰ ਸੀ, ਇਹਨਾਂ ਨੇ ਅੰਦਰ ਕਿਹਾ ਸੀ ਕਿ ਸਰਕਾਰ ਆਪਣੇ ਕੰਮਾਂ ਦੇ ਜ਼ਰੀਏ ਆਪਣਾ ਪ੍ਰਚਾਰ ਕਰੇਗੀ, ਆਪਣੀ ਪਾਰਟੀ ਦਾ ਪ੍ਰਚਾਰ ਕਰੇਗੀ, ਤੇ ਤੁਸੀਂ ਸਾਨੂੰ ਕੀ ਵਿਕਲਪ ਦੇ ਰਹੇ ਹੋ, ਤੁਸੀਂ ਸਾਨੂੰ ਕੀ ਆਪਸ਼ਨ ਦੇ ਰਹੇ ਹੋ? ਅੱਜ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਆਗੂ ਨੇ ਸ਼ਰੇਆਮ ਕਿਹਾ ਕਿ ਅਸੀਂ ਇਕੱਠ ਕਰਾਂਗੇ, ਅਸੀਂ ਵੀ ਛੋਟੇ-ਛੋਟੇ ਪ੍ਰੋਗਰਾਮ ਕਰਾਂਗੇ, ਨਹੀਂ ਤਾਂ ਕਿਸਾਨ ਸਾਨੂੰ ਦੱਸਣ ਕਿ ਅਸੀਂ ਆਪਣਾ ਪ੍ਰਚਾਰ ਕਿਵੇਂ ਕਰੀਏ। ਇਹ ਮੰਨਦੇ ਹੋ ਕਿ ਤੁਹਾਡਾ ਫੈਸਲਾ ਗਲਤ ਸੀਗਾ ਫਿਰ? ਦੇਖੋ ਜੀ, ਸਾਡਾ ਕੋਈ ਫੈਸਲਾ ਗਲਤ ਨਹੀਂ। ਅਸੀਂ ਪੰਜਾਬ ਦੇ ਵਿੱਚ ਜਿਹੜਾ ਇੱਕ ਮਾਹੌਲ ਕ੍ਰੀਏਟ ਹੋਇਆ ਸੀਗਾ, ਅਕਾਲੀ ਦਲ ਦੀਆਂ ਰੈਲੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀਗਾ, ਜੋ ਹਿੰਸਕ ਘਟਨਾਵਾਂ ਦਾ ਰੂਪ ਧਾਰ ਲਿਆ ਸੀਗਾ, ਜਿਵੇਂ ਕਿ ਲਾਠੀ ਚਾਰਜ ਹੋਇਆ ਮੋਗੇ ਦੇ ਵਿੱਚ ਜਾਂ ਹੋਰ ਕਿਸਾਨਾਂ ਤੇ ਪਰਚੇ ਹੋਏ। ਅਸੀਂ ਇਹ ਸਾਰੇ ਚੀਜ਼ ਨੂੰ ਵਿਚਾਰਦੇ ਹੋਏ ਪੰਜਾਬ ਦੇ ਮਾਹੌਲ ਨੂੰ
ਠੀਕ ਰੱਖਣ ਲਈ ਅਸੀਂ ਇੱਕ ਫੈਸਲਾ ਲਿਆ ਹੈ। ਇਹ ਅਜੇ ਵੀ ਅਸੀਂ ਅਪੀਲ ਕਰਦੇ ਹਾਂ ਜਿਹੜੇ ਕਾਂਗਰਸ ਵਾਲੇ ਮੇਰੇ ਪ੍ਰਵਕਤਾ ਬੈਠੇ ਆ ਜਾਂ ਹੋਰ ਵੀ ਜੇ ਕੋਈ ਤੁਹਾਡਾ ਪ੍ਰੋਗਰਾਮ ਹੈ, ਜੇ ਤੁਸੀਂ ਵਿਕਾਸ ਦੇ ਕੰਮ ਕਰਨੇ ਆ, ਉਹ ਇੱਕ ਛੋਟੇ ਲੈਵਲ ਤੇ ਕੀਤੇ ਜਾਣ, 5-4 ਬੰਦੇ ਜਾਂ ਅਫਸਰ ਜਾ ਕੇ ਪਿੰਡਾਂ ਦੇ ਵਿੱਚ ਉਹ ਚੈੱਕ ਵੰਡੇ ਜਾਣ। ਇਹਦੇ ਤੇ ਅਸੀਂ ਦੁਬਾਰਾ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗੇ। ਕੱਲ ਨੂੰ ਸ਼ਾਇਦ ਇਹਦੇ ਇਸੇ ਬਾਬਤ ਸਾਡੀ ਮੀਟਿੰਗ ਵੀ ਹੈ। ਤੁਸੀਂ ਉਸ ਗੱਲ ਤੇ ਆ ਨਹੀਂ ਰਹੇ ਰਵਨੀਤ, ਮੈਂ ਦੁਬਾਰਾ ਫਿਰ ਆ ਜਾਵਾਂਗਾ ਤੁਹਾਡੇ ਕੋਲ। ਮੈਂ ਇੱਕ ਰਿਐਕਸ਼ਨ ਹੁਣ ਸਾਰੀਆਂ ਪਾਰਟੀਆਂ ਤੋਂ ਲੈ ਲਵਾਂ। ਲਗਭਗ ਉਹੀ ਬੁਲਾਰੇ ਮੇਰੇ ਨਾਲ ਬੈਠੇ ਨੇ ਜਦੋਂ ਮੀਟਿੰਗ ਕਰਕੇ ਆਏ ਸੀ, ਔਰ ਉਦੋਂ ਇਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਚਲੋ ਜੋ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਜਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਅਸੀਂ ਉਸ ਤੇ ਫੁੱਲ ਚੜਾਉਂਦੇ ਹਾਂ। ਹੁਣ ਸੰਘੇੜਾ ਸਾਹਿਬ ਫੁੱਲ ਚੜਾਉਂਗੇ? ਹੁਣ ਤਾਂ ਸਰੇਆਮ ਸਭ ਕੁਝ ਹੋ ਰਿਹਾ। ਅੱਜ ਜੋ ਕੁਝ ਹੋਇਆ ਜਾਂ ਪਿਛਲੇ ਕੁਝ ਦਿਨਾਂ ਤੋਂ ਖੇਮ ਕਰਨ ਦੀ ਰੈਲੀ ਨਹੀਂ ਨਜ਼ਰ ਆਉਂਦੀ, ਬਲਬੀਰ ਸਿੰਘ ਇਕੱਠੇ ਹੁੰਦੇ ਨੇ ਉਹਨਾਂ ਦੀ ਨਜ਼ਰ ਨਹੀਂ ਆਉਂਦੀ। ਅੱਜ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਤਾਂ ਬਕਾਇਦਾ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਵੀ ਕਰ ਦਿੱਤਾ, ਉਹ ਵੀ ਨਜ਼ਰ ਨਹੀਂ ਆਇਆ। ਹਰਪ੍ਰੀਤ ਜੀ, ਜੋ ਕੁਝ ਹੋ ਰਿਹਾ ਆ, ਜੋ ਕੁਝ ਅੱਜ ਸਾਰਾ ਦਿਨ ਮੈਂ ਵੀ ਦੇਖਿਆ ਆ, ਇਹ ਮਤਲਬ ਜਿੰਨਾ ਅਸੀਂ ਆਸ ਕਰਦੇ ਸੀਗੇ ਵੀ ਕਾਂਗਰਸ ਪਾਰਟੀ ਜਿਹੜੀ ਆ ਸਰਕਾਰ ਵਿੱਚ ਹੁੰਦਿਆਂ ਹੋਇਆਂ ਸਰਕਾਰ ਦੇ ਬਹਾਨੇ ਆਪਣਾ ਪ੍ਰਚਾਰ ਹੌਲੀ ਹੌਲੀ ਚੋਰ ਮੋਰੀਆਂ ਰਾਹੀਂ ਕਰਦੀ ਰਹੇਗੀ, ਇਹ ਤਾਂ ਸ਼ਰੇਆਮ ਹੀ ਇਹ ਇਸ ਤਰ੍ਹਾਂ ਕਰਨਾ ਸ਼ੁਰੂ ਕਰਤਾ ਇਹਨਾਂ ਨੇ। ਅਸੀਂ ਜ਼ਰੂਰ ਕਿਹਾ ਸੀਗਾ ਅੰਦਰ ਕਿ ਜੇ ਇੱਕ ਜਿਹੜਾ ਆਊਟਰੀਚ ਪ੍ਰੋਗਰਾਮ ਸਰਕਾਰ ਨੇ ਲਿਖਿਆ ਆ ਜਾਂ ਜਿਹੜੇ ਹੋਰ ਆ ਉਹਦੇ ਬਹਾਨੇ ਪ੍ਰਚਾਰ ਕਰਨਗੇ, ਸੋ ਇਹਦਾ ਮਤਲਬ ਸਾਰਿਆਂ ਲਈ ਲੈਵਲ ਗਰਾਊਂਡ ਹੋਣੀ ਚਾਹੀਦੀ ਹੈ। ਪਰ ਇਸ ਗੱਲ ਦੇ ਬਾਵਜੂਦ ਵੀ ਮੈਂ ਰਵਨੀਤ ਰਿੱਕੀ ਜੀ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਭਾਵਨਾ ਜਿਹੜੀ ਹੈ ਸਾਰੇ ਦੇ ਪਿੱਛੇ ਮਾੜੀ ਨਹੀਂ ਸੀਗੀ। ਇਹ ਰਾਜੇਵਾਲ ਜੀ ਬਹੁਤ ਸਿਆਣੇ ਆਗੂ ਨੇ, ਬਾਕੀ ਕਿਸਾਨ ਆਗੂ ਵੀ ਬਹੁਤ ਸਿਆਣੇ ਨੇ। ਗੱਲ ਉੱਥੋਂ ਹੀ ਸ਼ੁਰੂ ਹੋਈ ਆ ਜਦੋਂ ਮੋਗੇ 'ਚ ਲਾਠੀ ਚਾਰਜ ਹੋਇਆ, ਹਾਂਜੀ, ਇੱਟ ਬੱਟਾ ਚੱਲਿਆ ਤੇ ਸ਼ਾਂਤੀ ਕਰਨ ਦੀ ਗੱਲ ਚੱਲੀ ਵੀ ਇੱਕ ਦੂਜੇ ਨਾਲ ਵੰਡੀਆਂ ਨਾ ਪੈਣ ਪਿੰਡਾਂ 'ਚ, ਉਹਨਾਂ ਘੋਲ ਨੂੰ ਵੀ ਨੁਕਸਾਨ ਹੁੰਦਾ ਆ। ਈਵਨ ਵੱਡੀਆਂ ਰੈਲੀਆਂ ਵੀ ਐਤਕੀ ਜਲਦੀ ਸ਼ੁਰੂ ਹੋ ਰਿਹਾ ਸਾਰਾ ਕੁਝ। ਜਿੱਦਾਂ ਮਨਪ੍ਰੀਤ ਬਾਦਲ ਸਾਹਿਬ ਨੇ ਅੱਜ ਆਫਿਸ ਦਾ ਉਦਘਾਟਨ ਕਰਤਾ ਆਪਣੇ ਦਾ, ਇੰਨੀ ਪਹਿਲਾਂ ਕਾਂਗਰਸ ਕਦੇ ਵੀ ਨਹੀਂ ਕੰਪੇਨ ਸ਼ੁਰੂ ਕਰਦੀ। 15-15 20 ਦਿਨ ਨੇੜੇ ਜਾ ਕੇ ਇਹਨਾਂ ਦੀ ਤਾਂ ਟਿਕਟਸ ਨਹੀਂ ਅਨਾਉਂਸ ਹੁੰਦੀਆਂ ਲਾਸਟ ਮੂਵਮੈਂਟ ਤੱਕ। ਸੋ ਇਹਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸੈਂਟਰ ਵੱਲੋਂ ਜਿਹੜੀ ਆ ਕੁੰਡੀ ਖੜਕਦੀ ਆ, ਭਾਰਤੀ ਜਨਤਾ ਪਾਰਟੀ ਵੱਲੋਂ ਕੁੰਡੀ ਖੜਕ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਵੀ ਅਸੀਂ ਨਾਲ ਜੋੜ ਕੇ ਦੇਖਦੇ ਹਾਂ ਜਿਹੜਾ ਉਹਨਾਂ ਨੇ ਦਿੱਤਾ ਆ ਕਿ ਕਿਸਾਨ ਜਿਹੜੇ ਵੱਖ-ਵੱਖ ਧਰਨੇ ਪੰਜਾਬ 'ਚ ਵੀ ਚੱਲ ਰਿਹਾ, ਉਹਦੇ ਨਾਲ ਪੰਜਾਬ ਨੂੰ ਇਕਨੋਮਿਕ ਲਾਸ ਹੁੰਦਾ ਹੈ। ਇਕਨੋਮਿਕ ਲਾਸ ਤਾਂ ਹਰ ਇੱਕ ਸੰਘਰਸ਼ ਨਾਲ ਹੁੰਦਾ ਹੀ ਹੁੰਦਾ ਆ, ਇਹ ਤਾਂ ਇਕਨੋਮਿਕ ਕਹਿੰਦੀ ਹੈ। ਪਰ ਇਹ ਜਿਹੜੀ ਆ ਇਹ ਗੱਲਾਂ ਜਿਹੜੀਆਂ ਸ਼ੰਕੇ ਪੈਦਾ ਕਰਦੀਆਂ। ਸਾਹਿਬ ਹੁਣ ਚਾਹੁੰਦੇ ਕਿਉਂ ਤੁਸੀਂ ਚਾਹੁੰਦੇ ਹੋ ਕਿ ਸਾਰਿਆਂ ਨੂੰ ਖੁੱਲ੍ਹ ਹੋਵੇ ਜਾਂ ਸਾਰਿਆਂ ਨੂੰ ਬੈਨ ਹੋਵੇ? ਨਹੀਂ, ਆਫ ਕੋਰਸ ਲੈਵਲ ਗਰਾਊਂਡ ਤਾਂ ਇਹੀ ਆ ਹਰਪ੍ਰੀਤ ਜੀ, ਵੀ ਮਤਲਬ ਇਹ ਤਾਂ ਹੁਣ ਇਹ ਕਿਸਾਨਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਆ। ਅਸੀਂ ਤਾਂ ਰਾਜੇਵਾਲ ਸਾਹਿਬ ਨੂੰ ਜਿਵੇਂ ਬਾਕੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅੰਦਰ ਬੇਨਤੀ ਕਰਕੇ ਆਏ ਆ, ਉਹ ਤਾਂ ਇਹਨਾਂ ਦੀ ਹੁਣ ਜ਼ਿੰਮੇਵਾਰੀ ਬਣਦੀ ਆ ਕਿ ਮਤਲਬ ਲੈਵਲ ਗਰਾਊਂਡ ਦੇਣ ਸਾਰਿਆਂ ਨੂੰ। ਕਾਂਗਰਸ ਨੂੰ ਵੀ ਬੇਨਤੀ ਕਰਨ ਜੇ ਮਤਲਬ ਉਸ ਲੈਵਲ ਤੇ ਗੱਲ ਰਵੇ, ਨਹੀਂ ਤਾਂ ਫਿਰ ਸਾਰੇ ਆਪਣਾ ਆਪਣਾ ਕੰਮ ਕਰਨਗੇ। ਕਿਉਂਕਿ ਇਸ ਕਿਸਾਨੀ ਅੰਦੋਲਨ ਦੀ ਸਭ ਤੋਂ ਖੂਬਸੂਰਤ ਗੱਲ ਇਹ ਵੀ ਸੀ ਕਿ ਆਮ ਲੋਕ ਆਪਣੇ ਤੌਰ ਤੇ ਹੀ ਜੁੜੇ ਹੋਏ ਸੀਗੇ, ਕਿਸੇ ਵੀ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ ਸੀਗਾ। ਭਾਵੇਂ ਕਿ ਬੀਜੇਪੀ ਵੱਲੋਂ ਬੜੀ ਵਾਰੀ ਇਹ ਕਿਹਾ ਗਿਆ ਕਿ ਇਹ ਸਿਆਸੀ ਪਾਰਟੀਆਂ ਦੇ ਹੱਥਾਂ 'ਚ ਖੇਡ ਰਹੇ ਆ ਜੀ, ਫਲਾਣੇ ਦੇ ਹੱਥਾਂ 'ਚ ਖੇਡ ਰਹੇ ਆ, ਕਦੇ ਵੀ ਕਿਸੇ ਨੇ ਉਹਨਾਂ ਗੱਲਾਂ ਤੇ ਇਤਬਾਰ ਨਹੀਂ ਕੀਤਾ। ਪਰ ਜਦੋਂ ਆਪ ਹੀ ਹੁਣ ਅਸੀਂ ਸਿਆਸਤ ਵਿੱਚ ਲੈ ਆਏ ਆ ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਤਾਂ ਹੁਣ ਆਮ ਲੋਕ ਵੀ ਚੁੱਕ ਰਹੇ ਨੇ। ਮੁਹੰਮਦ ਖਾਲਿਦ ਸਾਹਿਬ ਵੀ ਜੁੜੇ ਹੋਏ ਨੇ, ਖੁੱਲਰ ਸਾਹਿਬ ਵੀ। ਕਲੇਰ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ। ਕਲੇਰ ਸਾਹਿਬ, ਹੁਣ ਜਿਵੇਂ ਰਿੱਕੀ ਹੋਰਾਂ ਨੇ ਕਿਹਾ ਕਿ ਤੁਹਾਡੀ ਜਦੋਂ ਰੈਲੀ ਸੀ ਉਹ ਤੋਂ ਗੱਲ ਸ਼ੁਰੂ ਹੋਈ ਜਾਂ ਤੁਹਾਡੀ ਚਿੱਠੀ ਤੋਂ ਗੱਲ ਸ਼ੁਰੂ ਹੋਈ, ਭਾਵਨਾ ਤੁਹਾਡੀ ਕੀ ਸੀਗੀ ਇਹ ਚਿੱਠੀ ਪਹੁੰਚਾਉਣ ਦੀ ਉਹਨਾਂ ਤੱਕ, ਜਾਂ ਉਸ ਤੋਂ ਬਾਅਦ ਜੋ ਕੁਝ ਹੋਇਆ, ਜੋ ਖਦਸ਼ੇ ਤੁਹਾਡੇ ਵੱਲੋਂ ਪ੍ਰਗਟ ਕੀਤੇ ਜਾ ਰਹੇ ਸੀਗੇ ਕਿ ਇਹ ਕਿਸੇ ਇੱਕ ਪਾਰਟੀ ਨੂੰ ਫਾਇਦਾ ਨਾ ਕਰ ਜਾਵੇ ਇਹ ਫੈਸਲਾ, ਤੁਹਾਨੂੰ ਵੀ ਲੱਗਦਾ ਕਿ ਉਹੀ ਕੰਮ ਹੋ ਰਿਹਾ? ਨਹੀਂ ਹਰਪ੍ਰੀਤ ਜੀ, ਮੈਂ ਸਭ ਤੋਂ ਪਹਿਲਾਂ ਤਾਂ ਮੈਂ ਰਿੱਕੀ ਬਰਾੜ ਨੂੰ ਇੱਕ ਚੰਗਾ ਪ੍ਰੋਮਿਸਿੰਗ ਚਿਹਰਾ ਸਮਝਦਾ ਕਿਸਾਨੀ ਅੰਦੋਲਨ ਦਾ। ਮੈਂ ਸਿੱਧੀ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਚਿੱਠੀ ਲਿਖੀ ਸੀ, ਸਾਡੀ ਭਾਵਨਾ ਇਹ ਸੀ ਕਿ ਜੋ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਸਵਾਲ ਹੋਣੇ ਚਾਹੀਦੇ ਨੇ, ਅਸੀਂ ਕਿਹਾ ਸੀ ਉਹਦਾ ਸਵਾਗਤ ਕਰਦੇ ਆ, ਪਰ ਉਹ ਸਵਾਲ ਦਾ ਕੋਈ ਤਰੀਕਾ ਤੈਅ ਕਰੋ ਕਿ ਕਿਸ ਤਰੀਕੇ ਨਾਲ ਪੁੱਛਣੇ, ਕਿਉਂਕਿ ਉਹਦੀ ਆੜ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਆਪਣੇ ਮਫਾਦ ਸਾਧਨੇ ਸ਼ੁਰੂ ਕਰ ਦਿੱਤੇ ਨੇ। ਔਰ ਜਿਹੜਾ ਉਦਣ ਫੈਸਲਾ ਲਿਆ ਗਿਆ ਹਰਪ੍ਰੀਤ ਜੀ, ਦੇਖੋ ਕਿਤੇ ਨਾ ਕਿਤੇ ਉਹਦੀ ਜਿਹੜੀ ਲੋਕਾਂ ਦੇ ਵਿੱਚ ਗੱਲ ਗਈ ਹੈ ਉਹ ਇਸ ਤਰੀਕੇ ਨਾਲ ਲੱਗਿਆ ਕਿ ਜਿੱਦਾਂ ਸਰਕਾਰ ਦੇ ਵਿਰੁੱਧ ਪ੍ਰਚਾਰ ਬੰਦ ਕਰਤਾ ਔਰ ਸਰਕਾਰ ਨੂੰ ਕਿਹਾ ਕਿ ਤੁਸੀਂ ਆਪਣਾ ਪ੍ਰਚਾਰ ਕਰ ਲਓ। ਨੈਸ਼ਨਲ ਅੰਦੋਲਨ ਸਾਡਾ, ਉਹਨੂੰ ਅਸੀਂ ਲਿਆ ਕੇ ਸਟੇਟ ਤੇ ਸੀਮਿਤ ਕਰ ਲਿਆ। ਔਰ ਬੜੀ ਮੰਦਭਾਗੀ ਗੱਲ ਹੈ, ਕੁਝ ਕਿਸਾਨ ਆਗੂਆਂ ਨੇ ਕਿਹਾ ਕਿ ਜੀ ਪੰਜਾਬ ਚੋਂ ਮੁੱਢ ਬੰਨਿਆ, ਇਸ ਲਈ ਪੰਜਾਬ ਡਿਸਾਈਡ ਕਰੂਗਾ। ਔਰ ਉਹਦੇ ਵਿੱਚ ਵੀ ਜਥੇਬੰਦੀਆਂ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਆਇਆ। ਬਹੁਤ ਵੱਡੀ ਜਥੇਬੰਦੀ ਉਗਰਾਹਾਂ, ਜਿਹੜੀ ਸਭ ਤੋਂ ਡਿਸਿਪਲਿਨਡ, ਜਿਹਨੂੰ ਮੈਂ ਮੰਨਦਾ, ਉਹਨਾਂ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ। ਹੁਣ ਅੱਜ ਮੈਂ ਰਿੱਕੀ ਬਰਾੜ ਜੀ ਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਆਪਣੇ ਸੂਬੇ ਦੇ ਵਿੱਚ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਰੋਕਣਾ ਸਾਡੀ ਲੜਾਈ ਨੂੰ ਕਮਜ਼ੋਰ ਕਰਦਾ ਕਿ ਤਾਕਤਵਰ ਕਰੇਗਾ? ਔਰ ਅੱਜ ਅਸੀਂ ਮੋਦੀ ਦੇ ਨਾਲ ਲੜਾਈ ਲੜ ਰਹੇ ਹਾਂ ਔਰ ਆਪਣੇ ਸੂਬੇ ਦੇ ਵਿੱਚ ਅਸੀਂ ਡੈਮੋਕ੍ਰੇਸੀ ਤੇ ਰੋਕ ਲਾ ਕੇ ਇਹਨੂੰ ਕਿੱਦਾਂ ਲੜਾਂਗੇ? ਚਾਹੀਦਾ ਤਾਂ ਇਹ ਸੀ ਕਿ ਸਾਰੀਆਂ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਬੈਠਦੀਆਂ ਔਰ ਇਹ ਚੌਕ ਆਊਟ ਕਰਦੀਆਂ ਕਿ ਜੀ ਆਪਾਂ ਅੰਦੋਲਨ ਵੀ ਲੜਨਾ
ਔਰ ਆਪਣੇ ਜਿਹੜਾ ਸਟੇਟ ਦੇ ਵਿੱਚ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ ਉਹ ਵੀ ਨਾ ਖਰਾਬ ਹੋਵੇ। ਹੁਣ ਮੈਂ ਰਿੱਕੀ ਬਰਾੜ ਜੀ ਨੂੰ ਪੁੱਛਦਾ ਕਿ ਜੇ ਐਸੇ ਅਸੀਂ ਫੈਸਲੇ ਲਵਾਂਗੇ, ਤੁਸੀਂ ਤਾਂ ਕਹਿਤਾ ਕਿ ਜੀ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਉਦੋਂ ਰੈਲੀਆਂ ਕਰ ਲਿਓ, ਕੀ ਆਪਾਂ ਉਨੀ ਦੇਰ ਲਈ ਮੋਰਚਾ ਸਸਪੈਂਡ ਕਰਾਂਗੇ? ਫਿਰ ਕੋਡ ਆਫ ਕੰਡਕਟ ਦੇ ਵਿੱਚ ਮੋਰਚਾ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ। ਮੋਰਚਾ ਸਭ ਤੋਂ ਉੱਤੇ, ਰੈਲੀਆਂ ਬਹੁਤ ਛੋਟੀ ਗੱਲ ਹੈ। ਸੋ ਇਹ ਐਸਾ ਕੋਈ ਵਾਇਆ ਮੀਡੀਆ ਲੱਭਣਾ ਚਾਹੀਦਾ ਸੀ ਕਿ ਆਪਣਾ ਡੈਮੋਕ੍ਰੈਟਿਕ ਪ੍ਰੋਸੈਸ ਵੀ ਚੱਲਦਾ ਰਹੇ ਔਰ ਮੋਰਚੇ ਨੂੰ ਵੀ ਨੁਕਸਾਨ ਨਾ ਪਹੁੰਚੇ। ਔਰ ਜਿਹੜੀ ਤੀਸਰੀ ਵੱਡੀ ਗੱਲ ਹੈ, ਇਹ ਜਿਹੜੀਆਂ ਸਟੇਟਮੈਂਟਾਂ ਕਈ ਆ ਰਹੀਆਂ ਨੇ ਕਿ ਜੀ ਰੈਲੀਆਂ ਨਾਲ ਮੋਰਚੇ ਨੂੰ ਇਫੈਕਟ ਹੋ ਰਿਹਾ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ। ਇੱਕ ਪਾਸੇ ਤਾਂ ਅਸੀਂ ਇਹ ਗੱਲ ਕਰਦੇ ਹਾਂ ਕਿ ਮੋਰਚੇ ਨੇ ਸਾਡੇ ਯੂਥ ਨੂੰ ਐਜੂਕੇਟ ਕੀਤਾ, ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜੀ ਯੂਥ ਬਹੁਤ ਅਵੇਅਰ ਕਰਤਾ, ਸਾਡੇ ਲੋਕ ਬਹੁਤ ਅਵੇਅਰ ਕਰਤੇ। ਫਿਰ ਕਿਤੇ ਨਾ ਕਿਤੇ ਇਹ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਅਗਰ ਆਪਾਂ ਕਹੀਏ ਕਿ ਜੋ ਪੋਲਿਟਿਕਸ ਦੇ ਵਿੱਚ ਉਲਝ ਕੇ ਆਪਣੀ ਕਿਸਾਨੀ ਪ੍ਰਤੀ ਜਿਹੜੀ ਸੰਘਰਸ਼ ਹੈ ਜਾਂ ਕਿਸਾਨੀ ਪ੍ਰਤੀ ਜਿਹੜਾ ਉਹਨਾਂ ਦਾ ਫਰਜ਼ ਹੈ, ਇਹ ਉਹਨੂੰ ਭੁੱਲ ਰਹੇ ਨੇ, ਆਪਾਂ ਉਹਨਾਂ ਤੇ ਵੀ ਸਵਾਲੀਆ ਨਿਸ਼ਾਨ ਚੱਕ ਰਹੇ ਹਾਂ। ਸੋ ਜਿਹੜੇ ਐਸੇ ਫੈਸਲੇ ਨੇ, ਇਹ ਫੈਸਲੇ ਧਰਤੀ ਦੇ ਉੱਤੇ ਐਪਲੀਕੇਬਲ ਕਰਨੇ ਹਰਪ੍ਰੀਤ ਜੀ ਬਹੁਤ ਔਖੇ ਹੋ ਜਾਂਦੇ ਨੇ। ਔਰ ਹੁਣ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਰਾਜੇਵਾਲ ਸਾਹਿਬ ਦੇ ਜਾਂ ਬਾਕੀਆਂ ਦੇ ਬਿਆਨਾਂ ਤੇ ਕਾਂਗਰਸ ਉਹਦੀ ਸ਼ਹਿ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਹੈ ਡਰ ਪੈ। ਬਾਜਵਾ ਸਾਹਿਬ ਲਿਖਤੀ ਰੋਜ਼ ਪ੍ਰੋਗਰਾਮ ਜਾਰੀ ਕਰਦੇ ਨੇ। ਸੀਐਮ ਸਾਹਿਬ ਦਾ ਅੱਜ ਦਾ ਜਿਹੜਾ ਫੰਕਸ਼ਨ ਸੀ ਸਾਰੇ ਪੋਲੀਟੀਕਲ ਸਪੀਚ ਸੀ, ਔਰ ਅੱਜ ਤਾਂ ਉਹਨਾਂ ਨੇ ਕਿਸਾਨੀ ਉੱਤੇ ਕਿੱਡਾ ਵੱਡਾ ਇਲਜ਼ਾਮ ਲਾਤਾ ਔਰ ਸੂਬੇ ਦੇ ਉੱਤੇ ਹੀ ਉਹਨਾਂ ਨੇ ਕਹਿਤਾ ਕਿ ਸੂਬੇ ਦੀ ਆਰਥਿਕ ਇਹਨੂੰ ਸਥਿਤੀ ਖਰਾਬ ਹੋ ਰਹੀ ਹੈ। ਸੋ ਹੁਣ ਰਾਜੇਵਾਲ ਸਾਹਿਬ ਦੇਖਣਗੇ ਕਿ ਕੀ ਹੋ ਰਿਹਾ। ਹਾਂਜੀ ਖੁੱਲਰ ਸਾਹਿਬ, ਸਭ ਤੋਂ ਵੱਡਾ ਫਾਇਦਾ ਤੁਹਾਨੂੰ ਹੋ ਰਿਹਾ ਜਾਂ ਤੁਹਾਡੀ ਪਾਰਟੀ ਨੂੰ ਹੋ ਰਿਹਾ ਇਸ ਫੈਸਲੇ ਦਾ ਕਿ ਜਦ ਤੱਕ ਕੋਡ ਆਫ ਕੰਡਕਟ ਨਹੀਂ ਲੱਗਦਾ ਸਿਆਸੀ ਪ੍ਰਚਾਰ ਬੰਦ ਕਰ ਦਿਓ। ਬੜੀ ਸਾਰੀਆਂ ਵਿਰੋਧੀ ਧਿਰਾਂ ਨੂੰ ਤਾਂ ਇਹ ਸ਼ੰਕਾ ਸੀ ਕਿ ਤੁਸੀਂ ਸਰਕਾਰ ਦੇ ਬਹਾਨੇ ਪ੍ਰੋਗਰਾਮ ਕਰੋਗੇ। ਤੁਸੀਂ ਤਾਂ ਸਰਕਾਰ ਛੱਡੋ, ਤੁਹਾਡੇ ਜਿਹੜੇ ਐਮਐਲਏ ਨੇ ਉਹ ਤਾਂ ਖੁੱਲ੍ਹੇਆਮ ਪ੍ਰੋਗਰਾਮ ਕਰ ਰਹੇ ਨੇ, ਯਾਨੀ ਕਿ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ। ਜਿਹੜਾ ਕਿਸਾਨ ਭਰਾਵਾਂ ਨੇ ਜਾਂ ਕਿਸਾਨਾਂ ਨੇ ਜਿਹੜਾ ਫੈਸਲਾ ਕੀਤਾ ਹੈ ਉਹਦਾ ਕੋਈ ਸਨਮਾਨ ਨਹੀਂ। ਗੱਲ ਇਹ ਹੈ ਹਰਪ੍ਰੀਤ ਜੀ, ਅਸੀਂ ਪੂਰਾ ਸਨਮਾਨ ਕਰਦੇ ਹਾਂ। ਦੇਖੋ ਜਿਹੜੇ ਸੀਐਮ ਸਾਹਿਬ ਦਾ ਪ੍ਰੋਗਰਾਮ ਸੀ, ਪਹਿਲਾਂ ਹੀ ਗੱਲ ਕੀਤੀ ਸੀ, ਜਿਹੜੇ ਕੋਈ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਹੈ ਜਾਂ ਸੀਐਮ ਸਾਹਿਬ ਦੇ ਨੇ ਉਹ ਫੰਕਸ਼ਨ ਹੋਣਗੇ। ਰਾਜੇਵਾਲ ਸਾਹਿਬ ਨੇ ਉਦੋਂ ਹੀ ਗੱਲ ਇਹ ਕਲੀਅਰ ਕੀਤੀ ਸੀ। ਦੂਜੀ ਗੱਲ ਜਿਹੜੀ ਹੁਣੇ ਕਲੇਰ ਸਾਹਿਬ ਗੱਲ ਕਰ ਰਹੇ ਆ, ਦੇਖੋ ਬੜੀ ਮਾੜੀ ਗੱਲ ਹੈ ਕਿ ਕਲੇਰ ਸਾਹਿਬ ਨੇ ਸਵਾਲੀਆ ਚਿੰਨ੍ਹ ਖੜਾ ਕਰਤਾ ਕਿ ਇਹਨਾਂ ਦੇ ਵਖਰੇਵੇਂ ਨੇ ਜਥੇਬੰਦੀਆਂ ਦੇ, ਕਿ ਅੱਜ ਕਿਤੇ ਨਾ ਕਿਤੇ ਬੀਜੇਪੀ ਦੀ ਭਾਸ਼ਾ ਬੋਲ ਰਹੇ ਆ। ਸਾਹਿਬ ਉਹਦੀ ਅਵੈਧ ਦੇ ਵਿੱਚ ਸਾਰਿਆਂ ਤੇ ਪਰਦਾ ਨਾ ਪਾਈ ਜੋ, ਇਹ ਉਹਦੀ ਅਵੈਧ ਦੇ ਸਾਰਿਆਂ ਤੇ ਪਰਦਾ ਕਿਵੇਂ ਪਾ ਸਕਦੇ ਹੋ? ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਉਦਘਾਟਨ ਹੋਇਆ, ਕਿਹੜੀ ਸਰਕਾਰ ਨੇ ਕੀਤਾ ਉਦਘਾਟਨ? ਇੱਕ ਮਿੰਟ ਸੁਣ ਲਓ ਪੂਰੀ ਤਰ੍ਹਾਂ। ਸੁਖਜਿੰਦਰ ਰੰਧਾਵਾ ਅੱਜ ਮਿਲਣੀ ਕਰਦੇ ਨੇ ਵਰਕਰਾਂ ਦੇ ਨਾਲ, ਉਹ ਕਿਹੜਾ ਸਰਕਾਰ ਦਾ ਕੰਮ ਸੀਗਾ? ਖੇਮਕਰਨ ਦੇ ਵਿੱਚ ਪਰਸੋਂ ਰੈਲੀ ਹੋਈ ਹੈ, ਉਹ ਕਿਹੜੀ ਸਰਕਾਰ ਨੇ ਰੈਲੀ ਕੀਤੀ? ਵਰਕਰਾਂ ਨਾਲ ਮਿਲਣੀ ਕਰਨਾ। ਦੇਖੋ ਸੀਐਮ ਸਾਹਿਬ ਦਾ ਪ੍ਰੋਗਰਾਮ ਸੀ ਜਿਹੜਾ ਆਪਣਾ ਨੀਂਹ ਪੱਥਰ ਰੱਖਣੇ ਸੀ ਜੀ, ਵਰਚੁਅਲ ਉਹਦੇ ਪ੍ਰੋਗਰਾਮ ਸੀ ਜਿਹੜਾ ਸੁਖਜਿੰਦਰ ਰੰਧਾਵਾ ਜੀ ਨੇ ਵਰਕਰਾਂ ਨਾਲ ਤੇ ਅਕਾਲੀ ਦਲ ਰੋਜ਼ ਸੋਸ਼ਲ ਮੀਡੀਆ ਤੇ ਵੈਸੇ ਵੀ ਇਹ ਮਿਲਣੀਆਂ ਕਰ ਹੀ ਰਿਹਾ ਅਕਾਲੀ ਦਲ। ਸੋਸ਼ਲ ਮੀਡੀਆ ਨੇ ਗਰਾਊਂਡ ਦੀ ਗੱਲ ਕਰ ਰਹੇ ਕਿ ਇਹਨਾਂ ਨੂੰ ਅਸੀਂ ਤੇ ਕਿਹਾ ਕਿ ਡੈਮੋਕ੍ਰੇਟਿਕ 700 ਬੰਦਾ ਇਕੱਠਾ ਕਰਕੇ। ਇੱਕ ਮਿੰਟ ਖੁੱਲਰ ਸਾਹਿਬ, ਰਵਨੀਤ ਰਿੱਕੀ ਤੋਂ ਜਵਾਬ ਮੰਗਾਂਗਾ ਨਾ ਮੈਂ, ਫਿਰ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ 700 ਬੰਦੇ ਦੇ ਨਾਲ ਵਰਕਰ ਮਿਲਣੀ ਹੈ, ਉਹਨੂੰ ਤੁਸੀਂ ਕੀ ਕਹੋਗੇ? ਉਹ ਸਿਆਸੀ ਪ੍ਰੋਗਰਾਮ ਸੀ ਜਾਂ ਸਰਕਾਰੀ ਪ੍ਰੋਗਰਾਮ ਸੀ? ਗੱਲ ਹੈ ਹਰਪ੍ਰੀਤ ਜੀ, ਤੁਸੀਂ ਮੈਨੂੰ ਥੋੜਾ ਜਿਹਾ ਕੰਪਲੀਟ ਕਰ ਲੈਣ ਦਿਓ ਪਲੀਜ਼। ਕਲੇਰ ਸਾਹਿਬ ਦੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਨਹੀਂ, ਮੇਰੇ ਸਵਾਲ ਦਾ ਜਵਾਬ ਦਿਓ ਨਾ, ਪਹਿਲਾਂ ਇੱਧਰ ਉੱਧਰ ਨਾ ਜਾਓ, ਪਹਿਲਾਂ ਮੈਨੂੰ ਮੇਰੇ ਸਵਾਲ ਦਾ ਜਵਾਬ ਦਿਓ। ਤੁਹਾਡੇ ਸਿਆਸੀ, ਤੁਹਾਡੇ ਵਿਧਾਇਕ, ਨਹੀਂ ਖੁੱਲਰ ਸਾਹਿਬ ਗੱਲ ਸੁਣੋ ਨਾ, ਤੁਹਾਡੇ ਵਿਧਾਇਕ ਇੱਕ ਮਿੰਟ ਸੁਣੋ ਤਾਂ ਸਹੀ, ਤੁਹਾਡੇ ਵਿਧਾਇਕ ਜਿਹੜੇ ਸਿਆਸੀ ਪ੍ਰੋਗਰਾਮ ਕਰ ਰਹੇ ਨੇ ਉਹ ਕਿਹੜੀ ਸਰਕਾਰ ਦੇ ਪ੍ਰੋਗਰਾਮਾਂ ਦੀ ਲਿਸਟ ਦੇ ਵਿੱਚ ਆਉਂਦੇ ਨੇ? ਮੈਨੂੰ ਉਹ ਸਮਝਾਓ ਪਹਿਲਾਂ। ਗੱਲ ਇਹ ਹੈ ਹਰਪ੍ਰੀਤ ਜੀ, ਕੋਈ ਵੀ ਡਿਵੈਲਪਮੈਂਟ ਆ ਕੋਈ ਵੀ ਕਰਨੀ ਹੈ ਉਹ ਐਮਐਲਏ ਮੰਤਰੀਆਂ ਨੇ ਜਾਣਾ ਹੀ ਹੈ ਜੀ, ਉਹ ਕਰਨੀ ਹੈ, ਜਿਹੜੇ ਸਰਕਾਰ ਦੇ ਪ੍ਰੋਗਰਾਮ ਨੇ ਲੈ ਕੇ ਜਾਣਾ ਹੀ ਹੈ। ਚਲੋ ਖਦਸ਼ਾ ਹੁਣ ਸੰਘੇੜਾ ਸਾਹਿਬ ਦਾ ਖਦਸ਼ਾ ਪੂਰਾ ਹੋ ਗਿਆ ਨਾ ਵੀ ਏਦਾਂ ਹੀ ਕਰੋਗੇ ਤੁਸੀਂ ਪ੍ਰੋਗਰਾਮ, ਏਦਾਂ ਹੀ ਸਾਰੇ ਤੁਹਾਡੇ ਵਿਧਾਇਕ ਵੀ ਕਰਨਗੇ, ਸਰਕਾਰ ਦਾ ਨਾਮ ਲੈ ਕੇ ਸਾਰੇ ਪ੍ਰੋਗਰਾਮ। ਚੋਣ ਦਫ਼ਤਰ ਦਾ ਉਦਘਾਟਨ ਆਪਾਂ ਖੁੱਲਰ ਸਾਹਿਬ ਕਰ ਰਹੇ ਹਾਂ ਤੇ ਆਪਾਂ ਕਹਿ ਰਹੇ ਹਾਂ ਕਿ ਉਹ ਪ੍ਰੋਗਰਾਮ ਹੈ। ਹਰਪ੍ਰੀਤ ਜੀ ਮੇਰੀ ਅਗਲੀ ਗੱਲ ਸੁਣ ਲਓ, ਅਸੀਂ ਕਦੀ ਵੀ ਕਿਸੇ ਵੀ ਪਾਰਟੀ ਦਾ ਇਹ ਨਹੀਂ ਕਿਹਾ, ਡੈਮੋਕ੍ਰੇਸੀ 'ਚ ਹਰੇਕ ਨੂੰ ਰਾਈਟ ਹੈ ਆਪਣੀ ਗੱਲ ਰੱਖਣ ਦਾ। ਅਸੀਂ ਤੇ ਇਹ ਵੀ ਕਿਹਾ ਕਿ ਬੀਜੇਪੀ ਵੀ ਪ੍ਰਚਾਰ ਕਰੇ, ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੇ ਇਹ ਬੰਦੇ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਬੀਜੇਪੀ ਵਾਲੇ ਗੱਲਾਂ ਕਰਦੇ ਆ, ਇਹਨਾਂ ਦੇ ਤੇ ਹੱਥ ਕਾਲੇ ਕਾਨੂੰਨਾਂ ਨਾਲ ਰੰਗੇ ਆ। ਜ਼ਿੰਮੇਵਾਰ ਇਹ ਲੋਕ ਨੇ। ਆਪ ਵਾਲਿਆਂ ਨੇ ਦਸੰਬਰ 'ਚ ਨੋਟੀਫਾਈ ਕੀਤਾ ਪ੍ਰਾਈਵੇਟ ਮੰਡੀਆਂ ਦਾ, ਜਿਹੜਾ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਦਾ। ਕਿਉਂ ਝੂਠ ਬੋਲੀ ਜਾਂਦੇ? ਖੁੱਲਰ ਸਾਹਿਬ ਮੁੱਦੇ ਤੇ ਆ ਜਾਓ। ਖੁੱਲਰ ਸਾਹਿਬ ਅਮਰਿੰਦਰ ਸਿੰਘ ਜੀ ਤੇ ਮਨਪ੍ਰੀਤ ਬਾਦਲ ਮੀਟਿੰਗ 'ਚ ਨਹੀਂ ਗਏ, ਜਿਹੜੀਆਂ ਮੀਟਿੰਗਾਂ ਹੋਈਆਂ ਉਹ ਨਹੀਂ ਗਏ। ਔਰ ਤੁਸੀਂ ਬੀਜੇਪੀ ਦੀ ਬੋਲੀ ਦੀ ਗੱਲ ਕਰਦੇ ਹੋ ਤੇ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਹੈ ਨਾ ਕਿ ਕਿਸਾਨੀ ਅੰਦੋਲਨ ਨਾਲ ਸੂਬੇ ਦੀ ਆਰਥਿਕ ਸਥਿਤੀ ਨੂੰ ਨੁਕਸਾਨ ਹੋ ਰਿਹਾ, ਬੀਜੇਪੀ ਦੀ ਬੋਲੀ ਹੈ, ਉਹ ਬੀਜੇਪੀ ਦੀ ਅਸਲ ਬੋਲੀ, ਉਹ ਕੈਪਟਨ ਸਾਹਿਬ ਬੋਲ ਰਹੇ ਨੇ। ਸੋ ਕਿਤੇ ਨਾ ਤੁਸੀਂ ਕੈਪਟਨ ਸਾਹਿਬ ਦੀ ਇੱਕ ਮਿੰਟ ਮੁੱਦੇ ਤੇ ਰਹੀਏ ਖੁੱਲਰ ਸਾਹਿਬ। ਹਾਂਜੀ ਹਾਂਜੀ ਮੁੱਦੇ ਤੇ, ਜਿਹੜੇ ਤੁਸੀਂ ਬੀਜੇਪੀ ਵਾਲਿਆਂ ਨੂੰ ਲਾ ਰਹੇ ਹੋ ਉਸਦੇ ਮੈਂ ਰੋਕਦਾ ਨਾ। ਖੁੱਲਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਇਹ ਪਾਰਟੀਆਂ ਦਾ, ਖੁੱਲਰ ਸਾਹਿਬ ਹੁਣੇ ਤੁਸੀਂ ਕਹਿੰਦੇ ਕਿ ਲੋਕਤੰਤਰਿਕ ਅਧਿਕਾਰ ਹੈ,
ਹਰ ਪਾਰਟੀ ਦਾ ਲੋਕਤੰਤਰਕ ਅਧਿਕਾਰ ਹੈ, ਉਹ ਪ੍ਰਚਾਰ ਕਰ ਸਕਦੇ ਨੇ। ਤੁਸੀਂ ਬੀਜੇਪੀ ਨੂੰ ਵੀ ਕਹਿ ਰਹੇ ਹੋ ਕਿ ਉਹ ਵੀ ਪ੍ਰਚਾਰ ਕਰਨ। ਇਹਦਾ ਮਤਲਬ ਜੋ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਉਹ ਗਲਤ ਸੀਗਾ, ਉਹ ਲੋਕਤੰਤਰ ਦੇ ਬਿਲਕੁਲ ਅਗੇਂਸਟ ਸੀਗਾ। ਤੁਹਾਡੀ ਸਰਕਾਰ ਹੈ, ਸੱਤਾਧਾਰੀ ਧਿਰੋਂ, ਤੁਸੀਂ ਫਿਰ ਇਹਦਾ ਕੰਡੈਮ ਕਿਉਂ ਨਹੀਂ ਕਰਦੇ ਇਹਨੂੰ? ਜੀ ਆਪਣੀ ਗੱਲ ਮੇਰੇ ਮੂੰਹ 'ਚ ਨਾ ਪਾਓ। ਤੁਸੀਂ ਕਹਿ ਰਹੇ ਹੋ ਕਿ ਲੋਕਤੰਤਰਕ ਅਧਿਕਾਰ ਹੈ ਕਿ ਇਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ। ਮੈਂ ਇਹ ਗੱਲ ਕਹੀ ਆ, ਮੈਂ ਤੁਹਾਨੂੰ ਇਹ ਕਿਹਾ, ਤੁਸੀਂ ਸਵਾਲ ਖੜਾ ਕੀਤਾ ਕਿ ਕਾਂਗਰਸ ਨੂੰ ਫਾਇਦਾ ਹੋਊਗਾ। ਤੁਸੀਂ ਮੈਨੂੰ ਦੱਸੋ ਨਾ, ਕਾਂਗਰਸ ਨੇ ਕਿਤੇ ਇੱਕ ਵੀ ਸਟੇਜ ਤੇ ਕਿਹਾ ਕਿ ਇਹਨਾਂ ਨੂੰ ਪ੍ਰਚਾਰ ਨਹੀਂ ਕਰਨ ਦੇਣਾ ਚਾਹੀਦਾ? ਕੋਈ ਕਾਂਗਰਸ ਪ੍ਰਵਕਤਾ ਦਾ, ਸਾਡੇ ਮਿਨਿਸਟਰ ਦਾ, ਸੀਐਮ ਦਾ ਕੋਈ ਸਟੇਟਮੈਂਟ ਤੁਸੀਂ ਸੁਣੀ? ਭੁੱਲਰ ਸਾਹਿਬ, ਤੁਹਾਡੀ ਸਟੇਟਮੈਂਟ ਹੈ, ਹੁਣ ਇਹਦੀ ਮੈਂ ਰਿਵਰਸ ਕਰਾ ਕੇ ਦੁਬਾਰਾ ਕਢਾ ਦਿੰਨਾ। ਤੁਸੀਂ ਕਹਿ ਰਹੇ ਹੋ ਕਿ ਇਹ ਲੋਕਤੰਤਰਕ ਅਧਿਕਾਰ ਹੈ, ਬੀਜੇਪੀ ਵੀ ਕਰੇ, ਅਸੀਂ ਕਿਹੜਾ ਰੋਕ ਰਹੇ ਹਾਂ? ਇਹ ਤਾਂ ਤੁਸੀਂ ਕਹਿ ਰਹੇ ਹੋ ਨਾ, ਇਹ ਫਿਰ ਹੈ ਨਾ ਲੋਕਤੰਤਰਕ ਅਧਿਕਾਰ। ਇੰਡੀਵਿਜੂਅਲ ਰਾਏ ਦਿੱਤੀ ਆ। ਮੈਂ ਇਹ ਭੁੱਲਰ ਸਾਹਿਬ, ਮੈਂ ਤੁਹਾਨੂੰ ਇੰਡੀਵਿਜੂਅਲ ਕਰਕੇ ਨਹੀਂ ਇੱਥੇ ਬਿਠਾਇਆ, ਮੈਂ ਤੁਹਾਨੂੰ ਪਾਰਟੀ ਦਾ ਪ੍ਰਵਕਤਾ ਕਰਕੇ ਬਿਠਾਇਆ। ਤੁਹਾਡੀ ਹਰ ਸਟੇਟਮੈਂਟ ਪਾਰਟੀ ਦੀ ਸਟੇਟਮੈਂਟ ਹੋਏਗੀ, ਪ੍ਰਿੰਸ ਖੁੱਲਰ ਦੀ ਸਟੇਟਮੈਂਟ ਨਹੀਂ ਹੋਏਗੀ। ਉਹ ਹਰਪ੍ਰੀਤ ਜੀ, ਫਿਰ ਮੈਂ ਉਹ ਗੱਲ, ਤੁਸੀਂ ਹਰਪ੍ਰੀਤ ਜੀ ਗੱਲ ਹੀ ਨਹੀਂ ਸੁਣ ਰਹੇ। ਫਿਰ ਮੈਂ ਸੁਣ ਰਿਹਾ ਨਾ, ਤੁਸੀਂ ਗੱਲ ਕਰਕੇ ਮੁਕਰੋ ਨਾ। ਫਿਰ ਸੰਘੇੜਾ ਸਾਹਿਬ ਨੇ, ਨਹੀਂ ਮੈਂ ਮੁਕਰ ਨਹੀਂ ਰਿਹਾ ਜੀ, ਤੁਸੀਂ ਗੱਲ ਇਹ ਕੀਤੀ ਸੰਘੇੜਾ ਸਾਹਿਬ ਨੇ, ਇਹਨਾਂ ਨੇ, ਕਿ ਕਾਂਗਰਸ ਨੂੰ ਫਾਇਦਾ ਹੋਊਗਾ। ਤੁਸੀਂ ਦੱਸੋ ਨਾ, ਅਸੀਂ ਕਦੋਂ ਕਿਹਾ ਕਿ ਜੀ ਇਹ ਪ੍ਰਚਾਰ ਨਾ ਕਰਨ? ਜਿਹੜਾ ਕਿਸਾਨ ਜਥੇਬੰਦੀਆਂ ਦਾ ਫੈਸਲਾ, ਉਹ ਕਿਸਾਨ ਜਥੇਬੰਦੀਆਂ ਨੇ ਲਿਆ। ਅੱਛਾ ਚਲੋ, ਮੰਨਦੇ ਹੋ ਨਾ ਕਿ ਕਾਂਗਰਸ ਨੂੰ ਪ੍ਰਚਾਰ ਕਰਨ ਦੀ ਖੁੱਲ੍ਹ ਦੇਤੀ ਕਿਸਾਨਾਂ ਨੇ? ਚਲੋ ਇਹੀ ਦੱਸ ਦਿਓ, ਤੁਹਾਨੂੰ ਖੁੱਲ੍ਹ ਦੇਤੀ ਕਿਸਾਨਾਂ ਨੇ ਕਿ ਤੁਸੀਂ ਪ੍ਰਚਾਰ ਕਰੋ? ਨਹੀਂ, ਅਸੀਂ ਜਿਹੜੀ ਜਥੇਬੰਦੀਆਂ ਨੇ ਗੱਲ ਪਹਿਲੋਂ ਗਈ ਸੀ, ਪ੍ਰੈਜ਼ੀਡੈਂਟ ਸਾਹਿਬ ਗਏ ਸੀ, ਕਾਂਗਰਸ ਪ੍ਰੈਜ਼ੀਡੈਂਟ, ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੇ ਸਰਕਾਰ ਦੇ ਆ ਪ੍ਰੋਗਰਾਮ ਅਸੀਂ ਉਹ ਲਿਖ ਕੇ ਆ, ਉਹਨਾਂ ਨੇ ਉਹਦੀ ਖੁੱਲ੍ਹ ਦਿੱਤੀ ਸੀ। ਜਿਹੜੀ ਤੁਸੀਂ ਰੈਲੀਆਂ ਦੀ ਗੱਲ, ਕੋਈ ਅਸੀਂ ਵੱਡੀ ਰੈਲੀ ਨਹੀਂ ਕਿਤੇ ਕਰ ਰਹੇ। ਜਿਹੜਾ ਦਫ਼ਤਰ ਦਾ ਉਦਘਾਟਨ ਹੋਇਆ ਵਾ, ਉਹ ਮੈਂ ਮੰਨਦਾ ਵਾਂ ਕਿ ਦਫ਼ਤਰ ਦਾ ਉਦਘਾਟਨ ਹੋਇਆ, ਪਰ ਕੋਈ ਰੈਲੀ ਦੇ ਰੂਪ 'ਚ ਨਹੀਂ ਉਹਨੂੰ ਆਪਾਂ ਮੰਨ ਸਕਦੇ ਕੋਈ ਰੈਲੀ। ਠੀਕ ਹੈ, ਚਲੋ ਮੈਂ ਇੱਕ ਮਿੰਟ ਵਾਪਸ ਆਣਾ। ਖਾਲਿਦ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਵਾਂ। ਖਾਲਿਦ ਸਾਹਿਬ, ਉਸ ਦਿਨ ਵੀ ਤੁਸੀਂ ਕਿਹਾ ਸੀ ਕਿ ਇਸ ਫੈਸਲੇ ਤੇ ਮੁੜ ਵਿਚਾਰ ਹੋਣਾ ਚਾਹੀਦਾ। ਬੜੀਆਂ ਸਾਰੀਆਂ ਆਵਾਜ਼ਾਂ ਜਥੇਬੰਦੀਆਂ ਦੀ ਵੀ ਆਉਣ ਲੱਗ ਗਈਆਂ ਕਿ ਇਸ ਫੈਸਲੇ ਤੇ ਮੁੜ ਵਿਚਾਰ ਹੋਣਾ ਚਾਹੀਦਾ। ਰਵਨੀਤ ਰਿੱਕੀ ਹੋਰਾਂ ਨੇ ਵੀ ਕਿਹਾ ਕਿ ਜੋ ਕਾਂਗਰਸ ਕਰ ਰਹੀ ਹੈ, ਹੁਣ ਕੱਲ ਅਸੀਂ ਉਸ ਤੇ ਵਿਚਾਰ ਕਰਾਂਗੇ। ਇਹ ਖਦਸ਼ਾ ਤਾਂ ਪਹਿਲਾਂ ਹੀ ਸੀਗਾ ਕਿ ਇਹ ਚੀਜ਼ਾਂ ਐਪਲੀਕੇਬਲ ਕਿਵੇਂ ਹੋ ਪਾਣਗੀਆਂ। ਇੱਕ ਲੋਕਤੰਤਰ ਸਿਸਟਮ ਨੂੰ ਰੋਕ ਕੇ ਅਸੀਂ ਇਹ ਕਹਿ ਦਈਏ ਕਿ ਨਹੀਂ, ਅਸੀਂ ਇਹ ਤੈਅ ਕਰਾਂਗੇ ਕਿ ਕਿਹੜੀ ਪਾਰਟੀ ਕਦੋਂ ਪ੍ਰਚਾਰ ਕਰੇਗੀ, ਕਿਵੇਂ ਪ੍ਰਚਾਰ ਕਰੇਗੀ। ਉਹ ਧਿਰਾਂ ਕਹਿ ਰਹੀਆਂ ਨੇ ਜਿਹੜੀਆਂ ਲਗਾਤਾਰ ਲੋਕਤੰਤਰ ਦੀ ਦੁਹਾਈ ਪਾਉਂਦੀਆਂ ਰਹੀਆਂ, ਜਿਹੜੇ ਇੱਕ ਸਟਰੋਂਗ ਲੋਕਤੰਤਰ ਦੀ ਮੰਗ ਦੇ ਲਈ ਐਡਾ ਵੱਡਾ ਧਰਨਾ ਲਾ ਕੇ ਬੈਠੀਆਂ ਹੋਈਆਂ ਨੇ, ਉਹ ਖੁਦ ਜਦੋਂ ਲੋਕਤੰਤਰ ਦੀ ਪ੍ਰਕਿਰਿਆ ਰੋਕਣਗੀਆਂ ਤਾਂ ਫਿਰ ਸਵਾਲ ਤਾਂ ਖੜਾ ਹੋਏਗਾ। ਦੇਖੋ ਹਰਪ੍ਰੀਤ ਜੀ, ਗੱਲ ਇਹ ਹੈਗੀ ਹੈ ਕਿ ਪਹਿਲੀ ਤਾਂ ਚੀਜ਼ ਇਹ ਹੈ ਕਿ ਜਿਹੜੀ ਕਿਸਾਨੀ ਅੰਦੋਲਨ ਹੈ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ ਹੈ, ਬਲਕਿ ਹੋਰ ਸਟੇਟਸ ਦੇ ਵਿੱਚ ਵੀ ਹੈ, ਔਰ ਇਲੈਕਸ਼ਨ ਵੀ ਇਕੱਲਾ ਪੰਜਾਬ 'ਚ ਨਹੀਂ ਹੈ, ਬਾਕੀ ਵੀ 5 ਸਟੇਟਸ ਦੇ ਵਿੱਚ ਹੈਗਾ। ਕਿਆ ਉੱਥੇ ਵੀ ਕਿਸਾਨਾਂ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਨੇ ਇਸ ਤਰ੍ਹਾਂ ਦੀਆਂ ਕੋਈ ਪਾਬੰਦੀਆਂ ਲਾਈਆਂ ਜਾਂ ਸਿਰਫ ਪੰਜਾਬ ਦੇ ਵਿੱਚ ਹੀ ਲੱਗੀਆਂ? ਦੂਸਰੀ ਚੀਜ਼ ਇਹ ਹੈਗੀ ਹੈ ਕਿ ਕਿਸਾਨੀ ਜਥੇਬੰਦੀਆਂ ਨੇ ਸ਼ੁਰੂ ਤੋਂ ਕਹਿਤਾ ਕਿ ਸਾਡਾ ਅੰਦੋਲਨ ਨੌਨ ਪੋਲੀਟੀਕਲ ਹੈ, ਔਰ ਸਾਡਾ ਅੰਦੋਲਨ ਜਿਹੜਾ ਹੈਗਾ ਇਹ ਜਿਹੜੇ 3 ਕਾਨੂੰਨ ਹੈ ਇਹਨਾਂ ਦੇ ਖਿਲਾਫ ਹੈ। ਅਗਰ ਕੋਈ ਸਮਰਥਨ ਦੇਣਾ ਚਾਹੁੰਦਾ ਹੈ ਤੇ ਜ਼ਰੂਰ ਦੇਵੇ, ਲੇਕਿਨ ਉਹਨਾਂ ਦੀ ਸਟੇਜ ਨੂੰ ਪੋਲੀਟੀਕਲ ਪਰਪਸ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਏਗਾ। ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਸ ਚੀਜ਼ ਨੂੰ ਸਰਾਹਿਆ ਵੀ ਹੈ, ਔਰ ਹਜੇ ਤੱਕ ਅੰਦੋਲਨ ਜਿਹੜਾ ਹੈਗਾ ਕਾਫੀ ਹੱਦ ਤੱਕ ਨਾਨ ਪੋਲੀਟੀਕਲ ਰਿਹਾ। ਤਾਂ ਇਸ ਸਿਚੁਏਸ਼ਨ ਦੇ ਵਿੱਚ ਕਿਸਾਨੀ ਜਥੇਬੰਦੀਆਂ ਅਗਰ ਇਸ ਤਰ੍ਹਾਂ ਦੀਆਂ ਕੋਈ ਇੰਪੋਜੀਸ਼ਨ ਕਰਦੀਆਂ ਜਾਂ ਅਪੀਲ ਕਰਦੀਆਂ, ਉਸ ਦਿਨ ਵੀ ਗੱਲ ਹੋਈ ਸੀ ਕਿ ਅਪੀਲ ਹੈ, ਮੰਨਣੀ ਹੈ ਮੰਨੋ, ਨਹੀਂ ਮੰਨਣੇ ਤਾਂ ਨਾ ਸੀ, ਲੇਕਿਨ ਨਾਲ ਇਹ ਵੀ ਕਹਿਤਾ ਕਿ ਉਹਨਾਂ ਨੂੰ ਅਸੀਂ ਜੇ ਅਗਰ ਕੋਈ ਕਰਦੇ ਆ ਤਾਂ ਉਹਨਾਂ ਨੂੰ ਅਸੀਂ ਐਂਟੀ ਫਾਰਮਰ ਕਹਾਂਗੇ। ਅਗਰ ਇਹ ਚੀਜ਼ ਹੈਗੀ ਹੈ ਤਾਂ ਨੈਚੁਰਲੀ ਤੁਸੀਂ ਇੱਕ ਇੰਪੋਜ਼ ਕਰ ਰਹੇ ਹੋ। ਇਹ ਚੀਜ਼ ਸੰਵਿਧਾਨ ਦੇ ਵੀ ਖਿਲਾਫ ਹੈ, ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਵੀ ਅਨੁਕੂਲ ਨਹੀਂ ਹੈ। ਔਰ ਦੂਸਰਾ ਇਹ ਹੈ ਕਿ ਇਹ ਚੀਜ਼ ਜਿਹੜੀ ਹੈਗੀ ਹੈ, ਮੈਨੂੰ ਨਹੀਂ ਲੱਗਦਾ ਕਿ ਗਰਾਊਂਡ ਦੇ ਉੱਪਰ ਪੂਰੀ ਤਰ੍ਹਾਂ ਉਤਾਰੀ ਜਾ ਸਕਦੀ ਹੈ। ਉਹਦੀ ਵਜ੍ਹਾ ਹੈਗੀ ਹੈ ਕਿ ਪੋਲੀਟੀਕਲ ਪਾਰਟੀਆਂ ਦਾ ਆਪਣਾ ਅਧਿਕਾਰ ਹੈ, ਔਰ ਖਾਸ ਤੌਰ ਪਰ ਜਦ ਇਲੈਕਸ਼ਨ ਬਿਲਕੁਲ ਨੇੜੇ ਆ ਚੁੱਕਿਆ ਹੈ, ਜਿਹੜੀ ਪਾਰਟੀ ਪਾਵਰ 'ਚ ਹੈ ਉਹਨੇ ਆਪਣੀਆਂ ਗੱਲਾਂ ਕਰਨੀਆਂ ਨੇ, ਅਸੀਂ ਕੀ ਕੀਤਾ ਹੈ, ਔਰ ਆਪੋਜੀਸ਼ਨ ਨੇ ਕਰਨਾ ਹੈ ਕਿ ਕੀ ਤੁਸੀਂ ਨਹੀਂ ਕੀਤਾ। ਇਹ ਚੀਜ਼ ਲੋਕਾਂ ਤੱਕ ਕਿਵੇਂ ਪਹੁੰਚੂਗੀ? ਪਹਿਲਾਂ ਵੀ ਜਿਹੜੇ ਚੋਣ ਪ੍ਰਚਾਰ ਹੈਗੇ ਆ ਸਾਲ ਪਹਿਲਾਂ ਵੀ ਸ਼ੁਰੂ ਹੋ ਜਾਂਦੇ ਆ, 6 ਮਹੀਨੇ ਪਹਿਲਾਂ ਵੀ ਸ਼ੁਰੂ ਹੋ ਜਾਂਦੇ ਆ ਜੀ। ਇਹ ਕੋਈ ਨਵੀਂ ਚੀਜ਼ ਨਹੀਂ ਹੈ। ਲੇਕਿਨ ਮੈਂ ਫੇਰ ਕਹਾਂਗਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਅੰਦਰ ਸੀਗੀਆਂ, ਜਿਨ੍ਹਾਂ ਨੇ ਉਸ ਦਿਨ ਉਹ ਮੀਟਿੰਗ ਅਟੈਂਡ ਕੀਤੀ, ਉੱਥੇ ਉਹਨਾਂ ਨੂੰ ਇਹ ਸਾਰੇ ਖਦਸ਼ੇ ਜ਼ਾਹਿਰ ਕਰਨੇ ਚਾਹੀਦੇ ਸੀਗੇ ਕਿ ਇੱਕ ਧਿਰ ਨੂੰ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਜਾਜ਼ਤ ਦਿੰਦੇ ਹੋ, ਉਹ ਚੀਜ਼ ਜਿਹੜੀ ਹੈਗੀ ਆ ਪੋਲੀਟੀਕਲੀ ਇਸਤੇਮਾਲ ਹੋਏਗੀ। ਇੱਕ ਲੈਵਲ ਪਲੇਇੰਗ ਫੀਲਡ ਚਾਹੀਦਾ, ਉਹ ਲੈਵਲ ਪਲੇਇੰਗ ਫੀਲਡ ਜਿਹੜਾ ਹੈਗਾ
ਉਹ ਬਹੁਤ ਜ਼ਰੂਰੀ ਹੈ। ਔਰ ਇਹਦੇ ਨਾਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਹੈ ਜਾਂ ਆਪਣੇ ਆਪ ਨੂੰ ਮਹਿਸੂਸ ਕਰਨਗੀਆਂ ਕਿ ਸਾਡੇ ਅਗੇਂਸਟ ਬਾਇਸ ਹੋ ਰਿਹਾ ਹੈ। ਇਹਨੂੰ ਦੁਬਾਰਾ ਤੇ ਵਿਚਾਰਨਾ ਚਾਹੀਦਾ। ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਦੁਬਾਰਾ ਇੱਕ ਮੀਟਿੰਗ ਕਰਨੀ ਚਾਹੀਦੀ ਹੈ। ਉਹਦੇ ਵਿੱਚ ਕਲੀਅਰ ਕਰਨਾ ਚਾਹੀਦਾ ਹੈ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ, ਤਾਂ ਕਿ ਪੋਲੀਟੀਕਲ ਐਕਟੀਵਿਟੀਜ਼ ਵੀ ਚੱਲਦੀਆਂ ਰਹਿਣ ਔਰ ਮਾਹੌਲ ਵੀ ਖਰਾਬ ਨਾ ਹੋਵੇ। ਬਿਲਕੁਲ ਠੀਕ ਹੈ। ਅੱਜ ਸੀਐਮ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ, ਉਹ ਸਟੇਟਮੈਂਟ ਵੀ ਸੁਣਾ ਦਿੰਦੇ ਆ। ਰਵਨੀਤ ਸਿੰਘ ਰਿੱਕੀ, ਤੁਸੀਂ ਜਰਾ ਗੌਰ ਨਾਲ ਸਟੇਟਮੈਂਟ ਜ਼ਰੂਰ ਸੁਣਿਓ। ਵੈਸੇ ਸਾਰੀਆਂ ਗੱਲਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਬੜੀ ਸਹਿਮਤੀ ਦੇ ਨਾਲ ਸਾਰੀਆਂ ਰਾਏ ਕਰਕੇ ਹੀ ਕਰਦੇ ਹੁੰਦੇ ਆ। ਜਿਹੜੀ ਕਾਂਗਰਸ ਪਾਰਟੀ ਜਾਂ ਕਾਂਗਰਸ ਸਰਕਾਰ ਦੀ ਤੁਸੀਂ ਗੱਲ ਕਰਦੇ ਹੋ ਕਿ ਜਿਨ੍ਹਾਂ ਨੂੰ ਅਸੀਂ ਰਿਆਇਤਾਂ ਦਿੱਤੀਆਂ ਨੇ, ਉਹ ਤੁਹਾਡੇ ਅੰਦੋਲਨ ਬਾਰੇ ਕੀ ਸੋਚ ਰਹੇ ਨੇ, ਇਹ ਵੀ ਜਰਾ ਸੁਣ ਲੈਣਾ। ਤੇ ਮੈਂ ਇਹ ਆਪਣੇ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਪੰਜਾਬ ਤੁਹਾਡਾ ਪੰਜਾਬ ਹੈ, ਤੁਹਾਡੀ ਧਰਤੀ, ਤੁਹਾਡੇ ਪਿੰਡ, ਤੁਹਾਡੇ ਲੋਕ, ਤੁਹਾਡੇ ਭੈਣ ਭਰਾ ਜੋ ਵੀ ਹੈ ਇੱਥੇ। ਆਪਾਂ ਹੁਣ ਆਪਣੇ ਪੰਜਾਬ ਨੂੰ ਨਾ ਵਿਗਾੜੀਏ। ਉੱਥੇ ਦਿੱਲੀ ਕਰਨਾ ਹੈ, ਤੁਸੀਂ ਕਰੋ ਜੋ ਕੁਝ ਕਰਨਾ ਹੈ। ਪ੍ਰੈਸ਼ਰ ਲਿਆਉਣਾ ਉਹਨਾਂ ਤੇ ਲਿਆਓ, ਮਨਾਓ ਉਹਨਾਂ ਨੂੰ, ਲੇਕਿਨ ਇੱਥੇ ਪੰਜਾਬ ਦੀ ਡਿਵੈਲਪਮੈਂਟ ਵੱਲ ਆਪਾਂ ਝਾਕੀਏ। ਪੰਜਾਬ ਦੀ ਆਬਾਦੀ ਵੱਧ ਰਹੀ ਹੈ, ਉਹਦੇ ਨਾਲ ਡਿਵੈਲਪਮੈਂਟ ਦੀ ਲੋੜ ਹੈ ਸਾਨੂੰ। ਇਸ ਕਰਕੇ ਮੈਂ ਆਸ ਕਰਦਾ ਕਿ ਮੇਰੀ ਗੱਲ ਮੰਨਣਗੇ ਔਰ ਇਸ ਕੰਮ ਨੂੰ ਉਹਦੇ ਤੇ ਧਿਆਨ ਦੇ ਕੇ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੋਣ ਦੇਣੀ। ਅੱਜ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਵੀ 113 ਜਗ੍ਹਾ 'ਚ ਕਿਸਾਨ ਬੈਠੇ ਨੇ। ਇਹਦਾ ਫਾਇਦਾ ਕੀ ਹੋਊਗਾ? ਆਰਥਿਕ ਤੌਰ ਤੇ ਨੁਕਸਾਨ ਪੰਜਾਬ ਦਾ ਹੀ ਹੋਊ। ਫਾਇਦਾ ਕੀ ਹੈ? ਉਹ ਜੋ ਦਿੱਲੀ 'ਚ ਕਰ ਰਹੇ ਨੇ, ਹਰਿਆਣੇ 'ਚ ਕਰਨ, ਤੁਸੀਂ ਉੱਥੇ ਕਰੋ, ਲੇਕਿਨ 113 ਜਗ੍ਹਾ ਪੰਜਾਬ ਦੇ ਵਿੱਚ ਬਹਿਣਾ ਔਰ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕਰਨੀ, ਇਹਦਾ ਕੋਈ ਫਾਇਦਾ ਨਹੀਂ। ਰਿੱਕੀ ਸਾਹਿਬ, ਕਿਸਾਨੀ ਅੰਦੋਲਨ ਪੰਜਾਬ ਦੀ ਆਰਥਿਕਤਾ ਨੂੰ ਖਰਾਬ ਕਰ ਰਿਹਾ। ਜੋ ਕਰਨਾ ਦਿੱਲੀ ਜਾ ਕੇ ਕਰੋ, ਇੱਥੇ ਨਾ ਕਰੋ, ਪੰਜਾਬ ਦਾ ਮਾਹੌਲ ਖਰਾਬ ਨਾ ਕਰੋ। ਇਹ ਸੀਐਮ ਸਾਹਿਬ ਦੀ ਸਟੇਟਮੈਂਟ ਹੈਗੀ ਹੈ ਕਿ ਅੰਦੋਲਨ ਹੈ ਜਿਹੜਾ ਆਰਥਿਕ ਤੌਰ ਤੇ ਪੰਜਾਬ ਨੂੰ ਖਰਾਬ ਕਰ ਰਿਹਾ, ਔਰ ਇਹ ਅੰਦੋਲਨ ਤੁਸੀਂ ਭਾਵੇਂ ਹਰਿਆਣਾ ਚਲਾਓ ਭਾਵੇਂ ਦਿੱਲੀ ਚਲਾਓ, ਪੰਜਾਬ 'ਚ ਨਹੀਂ ਚੱਲਣਾ ਚਾਹੀਦਾ। ਪੰਜਾਬ 'ਚ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ। ਹਰਪ੍ਰੀਤ ਜੀ, ਦੱਸਣਾ ਚਾਹੁੰਦਾ ਪਹਿਲਾਂ ਤਾਂ ਮੈਂ ਮਾਨਯੋਗ ਸਾਡੇ ਸੀਐਮ ਸਾਹਿਬ ਦਾ ਜਿਹੜਾ ਬਿਆਨ ਸੁਣਿਆ, ਉਹ ਕਹਿ ਰਹੇ ਵੀ ਜਿਹੜਾ ਵੀ ਤੁਸੀਂ ਕੁਝ ਕਰਨਾ ਦਿੱਲੀ ਜਾ ਕੇ ਕਰੋ ਤੇ ਪੰਜਾਬ ਦਾ ਨਾ ਕਰੋ, ਕਿਉਂਕਿ ਪੰਜਾਬ ਦੇ ਵਿੱਚ ਲੋਕ ਵਸਦੇ ਆ, ਪੰਜਾਬ ਦੇ ਵਿੱਚ ਤੁਹਾਡਾ ਭਾਈਚਾਰਾ ਹੈ। ਨਾਲ ਇਹ ਵੀ ਦੱਸਣਾ ਚਾਹੁੰਦਾ ਇਹ ਜਿਹੜਾ ਅੰਦੋਲਨ ਹੈ ਇਹ ਵੀ ਪੰਜਾਬ ਦੇ ਕਿਸਾਨਾਂ ਦਾ, ਹਰਿਆਣੇ ਦੇ ਕਿਸਾਨਾਂ ਦਾ ਤੇ ਨੈਸ਼ਨਲ ਲੈਵਲ ਤੇ ਜੇ ਅੱਜ ਪਹੁੰਚਿਆ ਤਾਂ ਇਹ ਸਾਰਿਆਂ ਦਾ ਰਲ ਮਿਲ ਕੇ ਇੱਕ ਅੰਦੋਲਨ ਨੈਸ਼ਨਲ ਲੈਵਲ ਦਾ ਬਣਿਆ। ਉਹ ਦੂਸਰੀ ਗੱਲ ਜਿਹੜੀ ਆਰਥਿਕਤਾ ਦੀ ਗੱਲ ਕਰਦੇ ਆ, ਇਹ ਉਹੀ ਕਿਸਾਨ ਹੈ ਜਿਨ੍ਹਾਂ ਨੇ ਜਦੋਂ ਕੋਵਿਡ ਦਾ ਟਾਈਮ ਸੀ, ਜਿਹੜੇ ਸਿਰਫ ਐਗਰੀਕਲਚਰ ਸੈਕਟਰ ਸੀ ਜਿਹਦੇ ਵਿੱਚ ਇੱਕ GDP ਇਨਕਰੀਜ਼ ਦੇਖੀ ਗਈ, ਤਾਂ ਉਦੋਂ ਕਿਸਾਨ ਨੇ ਆਰਥਿਕਤਾ ਜੇ ਅੱਜ ਤੁਸੀਂ ਕਹਿ ਰਹੇ ਹੋ ਵੀ ਖਰਾਬ ਕਰਤੀ। ਕਿਸਾਨ ਤਾਂ ਉਹ ਬੰਦਾ ਜਿਹੜਾ 70% ਆਪਣਾ ਸੂਬਾ ਕਿਸਾਨੀ ਤੇ ਡਿਪੈਂਡੈਂਟ ਹੈ। ਕਿਸਾਨ ਪੰਜਾਬ ਦੀ ਹੋਣਾ ਜਿਹੜੀ ਇਕਨੋਮੀ ਦੀ। ਤੇ ਜੇ ਇਹੋ ਜਿਹੇ ਬਿਆਨ ਸਾਡੇ ਇਹੋ ਜਿਹੇ ਵੱਡੇ ਲੀਡਰਾਂ ਤੋਂ ਆਉਣਗੇ ਤਾਂ ਸਾਨੂੰ ਵੀ ਬੜਾ ਇਹਦੇ ਤੇ ਅਫਸੋਸ ਹੁੰਦਾ ਹੈ। ਦੂਸਰੀ ਗੱਲ ਦੱਸਣਾ ਚਾਹੁੰਦਾ ਵੀ ਜਿਹੜਾ ਤੁਸੀਂ ਵਾਰ-ਵਾਰ ਕਹਿ ਰਹੇ ਹੋ ਵੀ ਇਹ ਅਸੀਂ ਕੋਈ ਕਿਸੇ ਪਾਰਟੀ ਤੇ ਅਸੀਂ ਥੋਪਿਆ ਹੋਵੇ ਗੱਲਾਂ ਨਹੀਂ, ਅਸੀਂ ਸਿਰਫ ਇੱਕ ਰਿਕੁਐਸਟ ਕੀਤੀ ਸੀ, ਪਾਰਟੀਆਂ ਨੇ ਐਗਰੀ ਕੀਤਾ। ਸਿਰਫ ਕਾਂਗਰਸ ਤੇ ਅਕਾਲੀ ਦਲ ਕਹਿੰਦੇ ਸੀ ਵੀ ਵਿਲ ਡਿਸਕਸ, ਸਾਡੀ ਹਾਇਰ ਕਮਾਂਡ ਨਾਲ ਅਸੀਂ ਡਿਸਕਸ ਕਰਕੇ ਅਸੀਂ ਇਹਦੇ ਤੇ ਅੱਗੇ ਕਿਵੇਂ ਮੂਵ ਕਰਨਾ ਹੈ। ਤੀਸਰੀ ਗੱਲ ਦੱਸਣਾ ਚਾਹੁੰਦਾ, ਇੱਕ ਮਿੰਟ ਰੱਖੀ ਜੀ। ਦੂਜੀ ਗੱਲ ਤੇ ਇੱਕ ਸਵਾਲ ਜ਼ਰੂਰ ਹੈਗਾ। ਅਪੀਲ ਤੇ ਥੋਪਣ ਦੇ ਵਿੱਚ ਫਰਕ ਹੁੰਦਾ। ਇੱਕ ਗੱਲ ਤੁਸੀਂ ਇਹ ਕਹੋ ਕਿ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ, ਤੁਸੀਂ ਰੈਲੀਆਂ ਰੋਕੋ ਤਾਂ ਬਿਹਤਰ ਹੈ, ਨਹੀਂ ਰੋਕੋਗੇ ਤੁਹਾਡੀ ਮਰਜ਼ੀ। ਤੁਸੀਂ ਕਹਿੰਦੇ ਹੋ ਕਿ ਅਸੀਂ ਰੈਲੀਆਂ ਤੁਹਾਨੂੰ ਨਹੀਂ ਕਰਨ ਦੇਣੀਆਂ, ਅਸੀਂ ਇਹ ਤੁਹਾਨੂੰ ਅਪੀਲ ਕਰਦੇ ਹਾਂ ਤੁਸੀਂ ਰੈਲੀਆਂ ਨਾ ਕਰੋ। ਫਿਰ ਵੀ ਜੇ ਤੁਸੀਂ ਰੈਲੀਆਂ ਕੀਤੀਆਂ ਫਿਰ ਅਸੀਂ ਤੁਹਾਨੂੰ ਮੰਨਾਂਗੇ ਤੁਸੀਂ ਐਂਟੀ ਕਿਸਾਨ ਹੋ, ਕਿਸਾਨ ਵਿਰੋਧੀ ਹੋ, ਕਿਸਾਨ ਅੰਦੋਲਨ ਦੇ ਵਿਰੋਧੀ ਹੋ। ਕਿਹੜੀ ਪਾਰਟੀ ਐਡਾ ਵੱਡਾ ਰਿਸਕ, ਐਡਾ ਵੱਡਾ ਤਗਮਾ ਲੈ ਕੇ ਰੈਲੀਆਂ ਕਰੇਗੀ? ਮੈਂ ਤੁਹਾਨੂੰ ਫਿਰ ਦੁਬਾਰਾ ਸਵਾਲ ਕਰਦਾ ਕਿ ਤੁਹਾਡੇ 'ਚ ਹੁਣ ਹਿੰਮਤ ਹੈਗੀ ਹੈ ਕਾਂਗਰਸ ਨੂੰ ਕਹੋ ਤੁਸੀਂ ਐਂਟੀ ਫਾਰਮਰ ਹੈ, ਐਂਟੀ ਕਿਸਾਨ ਵਿਰੋਧੀ ਹੈ। ਉਦੋਂ ਤਾਂ ਤੁਸੀਂ ਕਹਿਤਾ ਸੀ ਅਸੀਂ ਤਗਮਾ ਦੇਵਾਂਗੇ ਕਿ ਜਿੰਨੇ ਵੀ ਰੈਲੀਆਂ ਕੀਤੀਆਂ, ਹੁਣ ਰੈਲੀਆਂ ਇਹਨਾਂ ਨੇ ਕੀਤੀਆਂ, ਹੁਣ ਤੁਹਾਡੀ ਜਥੇਬੰਦੀ ਜਾਂ ਬਲਬੀਰ ਸਿੰਘ ਰਾਜੇਵਾਲ ਹੁਰੀ ਇਹ ਕਹਿਣਗੇ ਕਿ ਇਹ ਕਿਸਾਨ ਵਿਰੋਧੀ ਨੇ? ਪਹਿਲੀ ਗੱਲ ਤਾਂ ਹਰਪ੍ਰੀਤ ਜੀ ਇੱਕ ਕਲੀਅਰ ਕਰਨਾ ਚਾਹੁੰਦਾ ਵੀ ਇਹ ਕਿਸੇ ਜਥੇਬੰਦੀ ਦਾ ਫੈਸਲਾ ਨਹੀਂ, ਇਹ 32 ਜਥੇਬੰਦੀਆਂ ਦਾ ਸਮੂਹਿਕ ਫੈਸਲਾ ਸੀਗਾ ਜਿਹੜਾ ਕਿ ਪੋਲੀਟੀਕਲ ਪਾਰਟੀਆਂ ਨਾਲ ਡਿਸਕਸ ਕਰਕੇ ਲਿਆ ਗਿਆ। ਦੂਸਰੀ ਗੱਲ, ਅਸੀਂ ਨਹੀਂ ਕਿਸੇ ਨੂੰ ਕਿਹਾ ਸੀਗਾ ਵੀ ਜਾ ਕੇ, ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੀ। ਜਿਵੇਂ ਸੰਗੇੜਾ ਸਾਹਿਬ ਨੇ ਦੱਸਿਆ ਵੀ ਜਿੱਥੇ ਰੈਲੀ ਕਰਦੇ ਸੀ ਉੱਥੇ ਵਿਰੋਧ ਹੋ ਰਿਹਾ ਸੀ। ਵਿਰੋਧ ਅਸੀਂ ਨਹੀਂ ਕਰਾ ਰਹੇ ਸੀ, ਅਸੀਂ ਨਹੀਂ ਕਿਹਾ ਸੀ ਵਿਰੋਧ ਕਰੋ। ਲੋਕ ਆਪ ਮੁਹਾਰੇ ਹੋ ਕੇ ਜਿਹੜੇ ਭਰੇ ਪੀਤੇ ਪਏ ਆ 75 ਸਾਲਾਂ ਦੇ ਜਾਂ ਹੋਰ, ਉਹ ਵਿਰੋਧ ਕਰਨਾ ਉਹਨਾਂ ਦੇ ਪਹਿਲਾਂ ਉਹ ਬਲ ਨਹੀਂ ਸੀ ਉਹਨਾਂ 'ਚ, ਕਿਉਂਕਿ ਕੱਲਾ ਕਿਸਾਨ ਦੀ ਵੀ ਇਹ ਨਹੀਂ ਡਰਦੇ ਸੀਗੇ, ਕੱਲੇ ਮਜ਼ਦੂਰ ਤੋਂ ਵੀ ਨਹੀਂ ਡਰਦੇ ਸੀ। ਸਿਰਫ ਉਹਨਾਂ ਦੇ ਜਿਹੜਾ ਮੈਂ ਉਹੀ ਸਵਾਲ ਪੁੱਛ ਰਿਹਾ ਰਿੱਕੀ ਜੀ, ਉਹੀ ਸਵਾਲ ਪੁੱਛ ਰਿਹਾ। ਤੁਸੀਂ ਇਸ ਗੱਲ ਨੂੰ ਫਿਰ ਇਸ ਗੱਲ ਨੂੰ ਨਾ ਕਹੋ ਕਿ ਅਸੀਂ
ਅਪੀਲ ਕੀਤੀ ਉਹਨਾਂ 'ਚ ਬਲ ਵੀ ਆਇਆ ਅਸੀਂ ਕੋਈ question ਜ਼ਬਰਦਸਤੀ ਪੁੱਛਣ ਨਹੀਂ ਦਾ। ਕਰ ਰਹੇ, ਅਸੀਂ ਅਪੀਲ ਕਰ ਰਹੇ ਹਾਂ। ਮੈਂ ਤੁਹਾਨੂੰ ਕਹਿ ਰਿਹਾ ਅਪੀਲ ਦੇ ਨਾਲ ਤੁਸੀਂ ਇੱਕ ਡਰਾਵਾ, ਅਸੀਂ ਇੱਕ appeal ਤਖਤੀ ਵੀ ਕਰ ਦੇਤੀ ਨਾ, ਸਾਡੇ ਕੋਲ- ਤੁਸੀਂ ਅਸੀਂ ਤਖਤੀ ਵੀ ਜ਼ਬਰਦਸਤੀ ਦੇਤੀ ਕਰਨ ਕਿ ਵਾਲੇ ਤੁਸੀਂ ਕੌਣ ਜੇ ਹੁੰਦੇ ਅਪੀਲ ਆ ਨਹੀਂ ਹਰਪ੍ਰੀਤ ਮੰਨੋਗੇ ਤਾਂ ਤੁਸੀਂ ਐਂਟੀ ਫਾਰਮਰ ਹੋ। ਇਹ ਤੁਸੀਂ ਤੈਅ ਕਰ ਲਓਗੇ ਕਿ ਐਂਟੀ ਫਾਰਮਰ ਨੇ ਜੇ ਤੁਹਾਡੀ ਅਪੀਲ ਨਹੀਂ ਮੰਨਦੇ। ਦੇਖੋ ਅਸੀਂ ਕੌਣ ਹੁੰਨੇ ਕਿਸੇ ਨੂੰ ਫਾਰਮਰ ਜਾਂ ਐਂਟੀ ਫਾਰਮਰ ਕਹਿਣ ਵਾਲੇ? ਤੁਹਾਡੀ ਇਹ ਤਾਂ ਜਥੇਬੰਦੀ ਨੇ ਲੋਕਾਂ ਨੂੰ ਕਿਹਾ, ਪਤਾ ਹੀ ਕਾਦੀਆਂ ਹੈ। ਸਾਹਿਬ। ਲੋਕਾਂ ਨੇ ਵੇਖਿਆ ਵੀ ਕਿਹੜੇ ਬੰਦੇ ਕਾਨੂੰਨਾਂ ਵੇਲੇ ਸਾਡੇ ਨਾਲ ਰਿੱਕੀ ਜੀ, ਮੈਂ ਸੀ, ਕਿਹੜੇ ਸਟੇਟਮੈਂਟ ਬੰਦੇ ਸੁਣਾਦਾ। ਸਰਕਾਰ ਨਾਲ ਸੀ, ਰਿੱਕੀ ਜੀ, ਕਿਹੜੇ ਬੰਦੇ ਮੈਂ ਬਲਬੀਰ ਸਿੰਘ ਸਾਡੇ ਨਾਲ ਰਾਜੇਵਾਲ ਸੀ। ਹੋਰਾਂ ਦੀ ਇਹ ਸਟੇਟਮੈਂਟ ਸੁਣਾਦਾ ਸਾਰੀਆਂ ਤੁਹਾਨੂੰ। ਚੀਜ਼ਾਂ ਉਸ ਸਟੇਟਮੈਂਟ ਦੇ ਸਾਹਮਣੇ ਵਿੱਚ ਉਹਨਾਂ ਨੇ ਕਿਹਾ, ਪੱਤਰਕਾਰ ਨੇ ਪੁੱਛਿਆ ਜੇ ਤੁਹਾਡੀ ਅਪੀਲ ਕੋਈ ਨਹੀਂ ਮੰਨਦਾ ਤਾਂ ਉਹਨਾਂ ਨੇ ਕਿਹਾ ਕਿ ਜੇ ਸਾਡੀ ਕੋਈ ਅਪੀਲ ਨਹੀਂ ਮੰਨਦਾ ਤਾਂ ਅਸੀਂ ਇਹ ਮੰਨਾਂਗੇ ਕਿ ਇਹ ਪਾਰਟੀਆਂ ਐਂਟੀ ਕਿਸਾਨ ਨੇ, ਐਂਟੀ ਮੂਵਮੈਂਟ ਨੇ। ਕਿਉਂ ਕਿਹਾ? ਇਹਦੇ ਪਿੱਛੇ ਰੀਜ਼ਨ ਮੈਂ ਦੱਸਦਾ ਜੀ। ਜਦੋਂ ਕਿਸਾਨਾਂ ਤੇ ਇੱਥੇ ਪਰਚੇ ਹੋ ਰਹੇ ਆ, ਕਿਸਾਨਾਂ ਦਾ ਮਨੋਬਲ ਤੋੜਿਆ ਜਾ ਰਿਹਾ, ਉਹ ਅੰਦੋਲਨ 'ਚ ਕਿਵੇਂ ਜਾਣਗੇ? ਕਿੱਥੇ ਦਾ ਮਨੋਬਲ ਵਧਾਉਣ ਦੀ ਲੋੜ ਹੈ, ਕਿੱਥੇ ਕਿਸਾਨਾਂ ਦੇ ਨਾਲ ਤੁਰ ਕੇ ਜਿਹੜੇ ਐਮਐਲਏ ਐਮਪੀਸ ਇਹ ਪਾਰਟੀਆਂ ਦੇ, ਇਹਨਾਂ ਨੂੰ ਚਾਹੀਦਾ ਜਾ ਕੇ ਉੱਥੇ ਪਾਰਲੀਮੈਂਟ ਦੇ ਬਾਹਰ ਜਾ ਕੇ ਧਰਨਾ ਲਾਉਣ, ਜਿਹੜਾ ਅਸੀਂ ਪਿਛਲੇ 9 ਮਹੀਨਿਆਂ ਤੋਂ ਕਰ ਰਹੇ ਹਾਂ। ਇਹ ਕਿਉਂ ਨਹੀਂ ਕਰ ਰਹੇ ਉੱਥੇ? ਕਿੱਥੇ ਇੱਥੇ ਸਾਡੇ ਕਿਸਾਨਾਂ ਦੇ ਪਰਚੇ ਹੋ ਰਹੇ ਆ, ਉਹ ਕਿਸੇ ਰੂਪ 'ਚ ਹੋ ਰਹੇ ਆ। ਕੋਈ ਰੈਲੀ ਕਰ ਰਿਹਾ, ਉਹਦਾ ਵਿਰੋਧ ਹੋ ਰਿਹਾ, ਕੋਈ ਸਰਕਾਰ ਉੱਥੇ ਲਾਠੀ ਚਾਰਜ ਕਰਵਾ ਰਹੀ ਹੈ, ਉਹਦੇ ਕਰਕੇ ਹੋ ਰਿਹਾ। ਅਖੀਰ ਕੌਣ ਪਰੇਸ਼ਾਨ ਹੋ ਰਿਹਾ? ਕਿਸਾਨ ਪਰੇਸ਼ਾਨ ਹੋ ਰਿਹਾ, ਮਜ਼ਦੂਰ ਪਰੇਸ਼ਾਨ ਹੋ ਰਿਹਾ। ਉਹਨਾਂ ਦੀ ਲੜਾਈ ਤਾਂ ਅਸੀਂ ਲੜ ਰਹੇ ਹਾਂ। ਜੋ ਇੱਥੇ ਹੀ ਪਰੇਸ਼ਾਨ ਹੋ ਗਏ, ਉਹਨਾਂ ਦਾ ਮਨੋਬਲ ਟੁੱਟੂਗਾ ਤੇ ਅੰਦੋਲਨ ਨੂੰ ਇਹਦੇ ਠੋਸ ਪਹੁੰਚੇਗੀ। ਇਹ ਸਾਡੀਆਂ ਅਪੀਲ ਸੀ ਹੈਗੇ। ਚਲੋ ਠੀਕ ਹੈ। ਮੈਂ ਫਿਰ ਦੁਬਾਰਾ ਇੱਕ ਸਵਾਲ ਰਿੱਕੀ ਜੀ ਕਰਨਾ ਚਾਹੁੰਦਾ। ਬੜੇ ਸਾਰੇ ਲੋਕ ਇਹ ਸਵਾਲ ਵਾਰ-ਵਾਰ ਚੁੱਕਦੇ ਨੇ ਕਿ ਕੀ ਤੁਹਾਨੂੰ ਲੱਗਦਾ ਕਿ ਰੈਲੀਆਂ ਵੱਧ ਪਿਆਰੀਆਂ ਨੇ ਲੋਕਾਂ ਨੂੰ ਅੰਦੋਲਨ ਨਾਲੋਂ? ਤੁਸੀਂ ਕਿਸਾਨਾਂ ਨੂੰ ਘੱਟ ਕਰਕੇ ਕਿਉਂ ਗਿਣਦੇ ਹੋ? ਕਿਸਾਨਾਂ ਨੂੰ ਘੱਟ ਕਰਕੇ ਕਿਉਂ ਦੇਖਦੇ ਹੋ? ਜਦੋਂ ਤੁਹਾਡਾ ਅੰਦੋਲਨ ਚੱਲ ਰਿਹਾ, ਲੋਕ ਅੰਦੋਲਨ ਨਾਲ ਜੁੜਨਗੇ, ਕਿਉਂ ਸਿਆਸੀ ਪਾਰਟੀ ਦੀਆਂ ਰੈਲੀਆਂ 'ਚ ਜਾਣਗੇ? ਤੁਸੀਂ ਲੋਕਾਂ ਤੇ ਛੱਡੋ। ਤੁਹਾਨੂੰ ਲੋਕਾਂ ਤੇ ਭਰੋਸਾ ਹੈ, ਲੋਕਾਂ ਨੂੰ ਤੁਹਾਡੇ ਤੇ ਭਰੋਸਾ ਹੈ, ਕਿਸਾਨ ਭਰਾਵਾਂ ਨੂੰ ਭਰੋਸਾ ਹੈ। ਕਿਸਾਨਾਂ ਨੂੰ ਇਹ ਅੰਦੋਲਨ ਜ਼ਿਆਦਾ ਜ਼ਰੂਰੀ ਹੈ। ਕਿਸਾਨ ਅੰਦੋਲਨ 'ਚ ਜਾਣਗੇ, ਸਿਆਸੀ ਰੈਲੀਆਂ 'ਚ ਥੋੜੀ ਜਾਣਗੇ। ਇਸੇ ਕਰਕੇ ਪਾਰਟੀਆਂ ਕਹਿੰਦੀਆਂ ਨੇ ਕਿ ਛੱਡ ਦਿਓ ਸਾਡੇ ਉੱਤੇ, ਲੋਕਾਂ ਤੇ ਛੱਡੋ। ਤੁਸੀਂ ਥੋਪਦੇ ਕਿਉਂ ਹੋ ਫੈਸਲਾ? ਇਹ ਫੈਸਲਾ ਲੋਕਾਂ ਤੇ ਛੱਡਿਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਕੀ ਮਨਜ਼ੂਰ ਹੈ? ਲੋਕਾਂ ਨੂੰ ਅੰਦੋਲਨ ਮਨਜ਼ੂਰ ਹੈ ਕਿ ਲੋਕਾਂ ਨੂੰ ਰੈਲੀਆਂ ਮਨਜ਼ੂਰ ਹੈ? ਮੈਨੂੰ 1 ਮਿੰਟ ਦੇ ਦਿਓ, ਮੈਂ ਇੱਕ ਰਿਐਕਸ਼ਨ ਪਾਰਟੀਆਂ ਦਾ ਲੈਣਾ, ਤੁਸੀਂ ਇਕੱਠੇ ਜਵਾਬ ਦੇ ਦਿਓ। ਹਾਂਜੀ ਕਲੇਰ ਸਾਹਿਬ, ਸਵਾਲ ਰਿੱਕੀ ਹੋਰਾਂ ਦੀ ਗੱਲ ਜਿਹੜੀ ਹੈ ਉਹ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਤੁਸੀਂ ਇੱਥੇ ਰੈਲੀਆਂ ਕਰਦੇ ਹੋ, ਕੋਈ ਵੀ XYZ ਪੋਲੀਟੀਕਲ ਪਾਰਟੀ ਕਰੇਗੀ, ਇੱਥੇ ਲੜਾਈਆਂ ਹੁੰਦੀਆਂ ਨੇ, ਪਰਚੇ ਹੁੰਦੇ, ਮਨੋਬਲ ਡਿੱਗ ਜਾਂਦਾ ਕਿਸਾਨਾਂ ਦਾ। ਇਸ ਕਰਕੇ ਅਸੀਂ ਰੋਕ ਰਹੇ ਹਾਂ, ਅਪੀਲ ਕਰ ਰਹੇ ਹਾਂ ਕਿ ਤੁਸੀਂ ਰੈਲੀਆਂ ਨਾ ਕਰੋ। ਨਹੀਂ, ਪਹਿਲਾਂ ਤਾਂ ਮੈਂ ਰਿੱਕੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਪਰਚੇ ਜਿਹਨੇ ਕੀਤੇ ਉਹਨੂੰ ਤਾਂ ਤੁਸੀਂ ਰੈਲੀਆਂ ਕਰਨ ਦਾ ਸਰਟੀਫਿਕੇਟ ਦਿੱਤਾ। ਔਰ ਦੂਸਰੀ ਜਿਹੜੀ ਵੱਡੀ ਗੱਲ ਹੈ, ਦੇਖੋ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ, ਪੰਜਾਬ ਦੇ ਵਿੱਚ ਜਿਹੜਾ ਅਮਨ ਤੇ ਭਾਈਚਾਰਕ ਸਾਂਝ ਹੈ, ਅਸੀਂ ਬਾਰ-ਬਾਰ ਬੇਨਤੀ ਕੀਤੀ ਹੈ, ਸਾਡਾ ਇੰਨਾ ਲੰਬਾ ਸੰਘਰਸ਼, 9 ਮਹੀਨਿਆਂ ਦਾ ਸੰਘਰਸ਼, 550 ਤੋਂ ਉੱਤੇ ਸ਼ਹੀਦੀਆਂ, ਇੱਕ ਝਰੀਟ ਤੱਕ ਨਹੀਂ ਆਈ ਤੇ ਮੋਗੇ ਸਾਡੀਆਂ 10 ਗੱਡੀਆਂ ਤੋੜਤੀਆਂ। ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਸ਼ਰਾਰਤੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਪੋਲੀਟੀਕਲ ਰੈਲੀਆਂ ਰੋਕਣ ਨਾਲੋਂ ਆਪਾਂ ਸੂਬੇ ਦੀ ਸ਼ਾਂਤੀ ਬਣਾਏ ਰੱਖੀਏ। ਕਿਉਂਕਿ ਮੈਂ ਪਹਿਲਾਂ ਵੀ ਸਵਾਲ ਕੀਤਾ ਹੈ ਕਿ ਕੀ ਜਦੋਂ ਕੋਡ ਆਫ ਕੰਡਕਟ ਲੱਗ ਜਾਏਗਾ ਉਸ ਤੋਂ ਬਾਅਦ ਕੀ? ਫਿਰ ਉਸ ਤੋਂ ਬਾਅਦ ਕੀ ਐਸੀ ਚੇਂਜ ਆ ਜਾਊਗੀ ਜਿਹਦੇ ਨਾਲ ਆਪਾਂ ਇੱਕਦਮ, ਸੋ ਸਾਨੂੰ ਅੱਜ ਤੋਂ ਇਸ ਗੱਲ ਦੀ ਤਿਆਰੀ ਕਰਨੀ ਚਾਹੀਦੀ। ਔਰ ਜਿਹੜੀ ਦੂਜੀ ਵੱਡੀ ਗੱਲ ਹੈ, ਮੈਂ ਰਿੱਕੀ ਜੀ ਨੂੰ ਪੁੱਛਦਾ ਕਿ ਲੜਾਈ ਸਾਡੀ ਡਿਕਟੇਟਰਸ਼ਿਪ ਦੇ ਖਿਲਾਫ ਹੈ, ਲੜਾਈ ਸਾਡੀ ਉਹੀ ਹੁਕਮਰਾਨਾਂ ਦੇ ਖਿਲਾਫ ਹੈ ਜਿਹੜੀਆਂ ਆਪਣੀਆਂ ਚੀਜ਼ਾਂ ਥੋਪ ਰਹੇ ਨੇ। ਔਰ ਨੈਸ਼ਨਲ ਚੈਨਲ ਦੇ ਉੱਤੇ ਮੈਂ ਬਹੁਤ ਸਾਰੇ ਕਿਸਾਨ ਲੀਡਰਾਂ ਨੂੰ ਇਹ ਕਹਿੰਦੇ ਸੁਣਿਆ ਕਿ ਜੀ ਜੋ ਮੋਦੀ ਦੀ ਹਾਂ ਦੇ ਹਾਂ ਮਿਲਾ ਦਿਓ ਦੇਸ਼ ਭਗਤ, ਜੋ ਹਾਂ ਚ ਹਾਂ ਨਾ ਮਿਲਾਏ ਦੇਸ਼ ਧਰੋਹੀ। ਅੱਜ ਆਪਾਂ ਵੀ ਉਹੀ ਸਰਟੀਫਿਕੇਟ ਵੰਡਣ ਤੇ ਤੁਰ ਪਏ ਆ। ਦੇਸ਼ ਭਗਤੀ ਦਾ ਸਰਟੀਫਿਕੇਟ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਮਿਲੂਗਾ ਰਿੱਕੀ ਜੀ, ਪਰ ਕਿਸਾਨ ਹੋਣ ਦਾ ਸਰਟੀਫਿਕੇਟ ਤਾਂ ਹਰ ਇੱਕ ਕੋਲੇ ਹੈ, ਚਾਹੇ ਕੋਈ ਕਿੱਲੇ ਵਾਲਾ, ਚਾਹੇ 2 ਵਾਲਾ, ਚਾਹੇ 50 ਵਾਲਾ, ਜੇ ਫਾਰਮ ਤਾਂ ਸਾਰਿਆਂ ਕੋਲੇ ਹੈ। ਸੋ ਆਪਾਂ ਆਪਣੇ ਸੂਬੇ ਦੇ ਵਿੱਚ ਇਹ ਕਲਾਸੀਫਾਈ ਨਾ ਕਰਨ ਲੱਗੀਏ। ਕੋਈ ਵੀ ਅੰਦੋਲਨ, ਹਰਪ੍ਰੀਤ ਜੀ ਇਤਿਹਾਸ ਗਵਾਹ ਹੈ, ਉਹ ਉਦੋਂ ਹੀ ਜਿੱਤਿਆ ਜਾਂਦਾ ਜਦੋਂ ਲੋਕਾਂ ਦੀ ਸ਼ਕਤੀ ਨਾਲ ਜੋੜੀ ਜਾਵੇ। ਜੇ ਆਪਾਂ ਉਰੇ ਲੋਕਾਂ ਨੂੰ ਆਪਸ ਦੇ ਵਿੱਚ ਐਂ ਕਰਨ ਲੱਗੇ ਕਿ ਜੀ ਆਪਾਂ ਇਹਨੂੰ ਰੋਕਤਾ, ਤੂੰ ਵਿਰੋਧ ਨਾ ਕਰ, ਤੂੰ ਆਪਣੀਆਂ ਰੈਲੀਆਂ ਕਰ, ਤਾਂ ਕਿਤੇ ਨਾ ਕਿਤੇ ਜਿਹਦਾ ਮੂੰਹ ਆਪਾਂ ਜ਼ਬਰਦਸਤੀ ਬੰਦ ਕਰਾਉਂਦੇ ਆ, ਉਹਦੀ ਅੰਦਰੋਂ ਜਿਹੜੀ ਭਾਵਨਾ ਹੈ ਉਹ ਕਿਤੇ ਨਾ ਕਿਤੇ ਉਹਦਾ ਦਿਲ ਦੁਖਦਾ ਹੈ। ਔਰ ਉਹ ਚੀਜ਼ਾਂ ਅਸੀਂ ਨਹੀਂ ਇਸ ਅਫੋਰਡ ਕਰ ਸਕਦੇ। ਸਾਨੂੰ ਅੰਦੋਲਨ ਇਕੱਠਾ ਰੱਖਣਾ ਹੈ ਔਰ ਅਸੀਂ ਅੰਦੋਲਨ ਬਾਰੇ ਸੋਚਣਾ ਹੈ। ਮੈਂ ਫੇਰ ਦੁਬਾਰਾ ਤੁਹਾਨੂੰ ਅਪੀਲ ਕਰਦਾ ਕਿ ਪੋਲੀਟੀਕਲ ਪਾਰਟੀਆਂ ਨਾਲ ਤੁਸੀਂ ਅੰਦੋਲਨ ਦੀ ਮਜ਼ਬੂਤੀ ਦੀ ਗੱਲ ਕਰੋ। ਉਹ ਦਿਨ ਮੀਟਿੰਗ ਜਿਹੜੀ ਤੁਸੀਂ ਬੁਲਾਈ ਹੈ, ਤੁਸੀਂ ਕਿਹਾ ਕਿ ਸਾਰਿਆਂ ਦੀ ਸਲਾਹ ਨਾਲ ਹੋਇਆ। ਮੈਂ ਇਹਨੂੰ ਕਲੈਰੀਫਾਈ ਕਰਨਾ ਚਾਹੁੰਦਾ ਹਰਪ੍ਰੀਤ ਜੀ ਕਿ ਸਾਡੇ ਪੁਆਇੰਟ ਲਏ ਗਏ ਨੇ, ਪਰ ਜਦੋਂ ਫੈਸਲਾ ਸੁਣਾਇਆ ਗਿਆ ਉਹਦੇ ਚ ਜੋ ਅਸੀਂ ਸਲਾਹਾਂ ਦਿੱਤੀਆਂ ਸੀ, ਅਸੀਂ ਇਹ ਕਿਹਾ ਸੀ ਕਿ ਤੁਸੀਂ ਉੱਥੇ ਸਾਨੂੰ ਡਿਊਟੀਆਂ ਲਾਓ। ਅਸੀਂ ਕਿਹਾ ਸੀ ਜਦੋਂ ਸਾਡਾ ਕੈਡਰ ਦੀ ਲੋੜ ਹੈ ਦੱਸੋ, ਤੁਸੀਂ ਜਦੋਂ ਰੈਲੀ ਕਰਨੀ ਅਸੀਂ ਨਹੀਂ ਕਰਾਂਗੇ। ਪਰ ਉਹ ਤਾਂ ਕੁਝ ਦੱਸਿਆ ਹੀ ਨਹੀਂ ਗਿਆ ਕਿ ਸਾਡੀਆਂ ਜਿਹੜੇ ਸੁਝਾਅ ਸੀ ਉਹਦੇ ਬਾਰੇ ਕੀ ਹੋਇਆ। ਠੀਕ ਹੈ ਸੰਗੇੜਾ ਸਾਹਿਬ, ਹੁਣੇ ਇੱਕ ਬਿਆਨ ਆਇਆ, ਮੈਂ ਜਿਵੇਂ ਪਹਿਲਾਂ ਕਿਹਾ ਕਿ ਤੁਹਾਡੇ ਚੀਮਾ ਸਾਹਿਬ ਵਿਰੋਧੀ ਧਿਰ ਦੇ ਆਗੂ ਉਹਨਾਂ ਨੇ ਕਿਹਾ ਕਿ ਇਦਾਂ ਨਹੀਂ ਹੋ ਸਕਦਾ ਕਿ ਸਿਆਸੀ ਪਾਰਟੀਆਂ ਘਰ ਬੈਠ ਜਾਣ, ਸਾਨੂੰ ਵੀ ਆਪਣੇ ਪ੍ਰੋਗਰਾਮ ਕਰਨੇ ਪੈਣੇ ਨੇ। ਜੇ ਕਾਂਗਰਸ ਪਾਰਟੀ ਕਰ ਰਹੀ ਹੈ ਜਾਂ ਸਰਕਾਰ ਕਰ ਰਹੀ ਹੈ, ਸਾਨੂੰ ਵੀ ਕਰਨੇ ਪੈਣੇ ਨੇ। ਇਹਦਾ ਮਤਲਬ ਹੁਣ ਕੀ ਕੱਢੀਏ ਫਿਰ?
ਨਹੀਂ ਦੇਖੋ, ਇਹ ਕੋਈ ਇਦਾਂ ਨਹੀਂ ਹੈ ਵੀ ਅਸੀਂ ਬਟਨ ਔਨ ਕਰ ਦੇਣਾ ਤੇ ਸਾਰਾ ਕੁਝ ਉਲਟ ਹੋਣਾ ਸ਼ੁਰੂ ਹੋ ਜਾਣਾ ਜਾਂ ਕਿਸ ਤਰ੍ਹਾਂ। ਮੈਂ ਉਸੇ ਗੱਲ ਦੀ ਸੰਦਰਭ 'ਚ ਦੁਬਾਰਾ ਇਹ ਦੱਸਣਾ ਚਾਹੂੰਗਾ ਕਿ ਅਸੀਂ ਬਿਲਕੁਲ ਸਹਿਮਤੀ ਦਿੱਤੀ ਹੈ ਸੰਯੁਕਤ ਕਿਸਾਨ ਮੋਰਚਾ ਨੂੰ ਔਰ ਲੀਡਰਾਂ ਨੂੰ, ਉੱਥੇ ਅੰਦਰ ਡਿਸਕਸ਼ਨ ਹੋਈ ਹੈ ਬਕਾਇਦਾ। ਫਿਰ ਹੁਣ ਤੁਹਾਨੂੰ ਔਰ ਅਸੀਂ ਰਾਈਡਰ ਨਾਲ ਲਗਾਇਆ ਸੀਗਾ ਤੁਹਾਨੂੰ ਮੰਨਣਾ ਚਾਹੀਦਾ ਸੰਗੇੜਾ ਸਾਹਿਬ, ਜੇ ਤੁਸੀਂ ਉੱਥੇ ਮਨਜ਼ੂਰੀ ਦਿੱਤੀ ਤੇ ਹੁਣ ਤੁਸੀਂ ਬਾਹਰ ਕਿਉਂ ਕਹਿ ਰਹੇ ਹੋ ਕਿ ਨਹੀਂ ਅਸੀਂ ਵੀ ਕਿਉਂਕਿ ਅਸੀਂ ਕਿਹਾ ਸੀ ਵੀ ਇਹ ਨਾ ਕਰਨ, ਕਾਂਗਰਸ ਪਾਰਟੀ ਵਾਲੇ ਨਾ ਇਦਾਂ ਕਰਨ। ਅਸੀਂ ਖਦਸ਼ਾ ਜ਼ਾਹਰ ਕੀਤਾ ਸੀ, ਨਾਲ ਅਸੀਂ ਦੂਜਾ ਵੀ ਕਿਹਾ ਸੀਗਾ ਕਿ ਸੱਭਿਆਚਾਰਕ ਫੰਕਸ਼ਨਸ ਵਿੱਚ ਸਾਨੂੰ ਨਾ ਰੋਕਿਆ ਜਾਵੇ। ਸਾਡੀ ਉਹ ਵੀ ਗੱਲ ਮੰਨੀ ਗਈ, ਉਹਦਾ ਬਕਾਇਦਾ ਐਲਾਨ ਹੋਇਆ ਗਿਆ ਕਿ ਨਾ ਰੋਕਿਆ ਜਾਵੇ ਕਿਸੇ ਵੀ ਸਿਆਸੀ ਵਿਅਕਤੀ ਨੂੰ ਕਿਤੇ ਭੋਗ ਤੇ ਜਾ ਰਿਹਾ ਜਾਂ ਕਿਸੇ ਹੋਰ ਸੱਭਿਆਚਾਰ ਪ੍ਰੋਗਰਾਮ ਆਪਣੇ ਪਿੰਡਾਂ 'ਚ ਜਾ ਰਹੇ ਆ। ਸੋ ਮੈਂ ਇਹਨੂੰ ਇਸ ਤਰ੍ਹਾਂ, ਸਾਡੀ ਪਾਰਟੀ ਜਿਹੜੀ ਇਸ ਤਰ੍ਹਾਂ ਨਹੀਂ ਦੇਖਦੀ ਕਿ ਕਿਸਾਨ ਜਥੇਬੰਦੀਆਂ ਨੇ ਡਿਕਟੇਟਰਸ਼ਿਪ ਕਰਤੀ, ਥੋਪ ਦਿੱਤਾ। ਦੇਖੋ ਉਹ ਗੁੱਡ ਭਾਵਨਾ ਨਾਲ ਹੀ ਸਾਰੀ ਗੱਲਬਾਤ ਹੋਈ ਹੈ, ਸਾਰਿਆਂ ਨਾਲ ਗੱਲਬਾਤ ਕਰਕੇ ਹੋਈ ਆ। ਇਹ ਮੈਂ ਤਾਂ ਇਹ ਸਮਝਦਾ ਵੀ ਇੱਕ ਤਰ੍ਹਾਂ ਨਾਲ ਲੀਡਰਾਂ ਦੀ ਜਵਾਬਦੇਹੀ ਆ ਜਨਤਾ ਨੂੰ, ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਆ, ਕਿਸੇ ਇੱਕੋ ਹੀ ਮੰਤਵ ਨਾਲ ਉਹ ਸੰਘਰਸ਼ ਲੜ ਰਹੀਆਂ ਆ ਕਿ ਖੇਤੀ ਬਚ ਰਹੇ ਇਹ 3 ਕਾਨੂੰਨ ਕਾਲੇ ਰੱਦ ਹੋ ਜਾਣ ਤਾਂ, ਕਿਉਂਕਿ ਉਹਨਾਂ ਦਾ ਕੋਈ ਸਿਆਸੀ ਮੋਟਿਵ ਅੱਜ ਤੱਕ ਹੈ ਨਹੀਂਗਾ। ਮੈਂ ਹਾਲੇ ਤੱਕ ਕਲੀਅਰ ਨਹੀਂ ਸਮਝ ਪਾਇਆ ਤੁਸੀਂ ਚਾਹੁੰਦੇ ਕੀ ਹੋ। ਹੁਣ ਤੁਸੀਂ ਇਹ ਦੱਸੋ ਅਸੀਂ ਲੈਵਲ ਗਰਾਊਂਡ ਚਾਹੁੰਦੇ ਆ, ਅਸੀਂ ਲੈਵਲ ਗਰਾਊਂਡ ਚਾਹੁੰਦੇ ਆ। ਐਕਟੀਵਿਟੀਜ਼ ਆਮ ਆਦਮੀ ਪਾਰਟੀ ਕਰੇਗੀ ਕਿ ਨਹੀਂ ਕਰੇਗੀ, ਇਹਦਾ ਜਵਾਬ ਦਿਓ। ਨਹੀਂ, ਅਸੀਂ ਲੈਵਲ ਗਰਾਊਂਡ ਚਾਹੁੰਦੇ ਆ। ਮੈਂ ਉਹੀ ਕਹਿਣਾ, ਕਿਸਾਨ ਜਥੇਬੰਦੀਆਂ ਇਹਦੇ ਬਾਰੇ ਸੋਚਣਗੀਆਂ। ਇਹ ਤੈਅ ਕਿਸਾਨ ਜਥੇਬੰਦੀਆਂ ਕਰਨਗੇ, ਉਸ ਤੋਂ ਬਾਅਦ ਕਰੋਗੇ। ਅਸੀਂ ਕਿਸਾਨ ਨਹੀਂ, ਅਸੀਂ ਟੇਕ ਅਪ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਨਾਲ। ਮਤਲਬ ਇਦਾਂ ਥੋੜੀ ਆ ਵੀ ਅਸੀਂ ਹੁਣ ਰਾਤ ਨੂੰ ਹੀ ਰੈਲੀ ਕਰ ਦੇਣੀ ਆ ਕਿਉਂਕਿ ਸਾਨੂੰ ਮੌਕਾ ਲੱਭ ਗਿਆ। ਇਹ ਜਿੱਥੇ ਪਬਲਿਕ ਇਨਵੋਲਵਡ ਹੋਵੇ ਉੱਥੇ ਉਹ ਸਾਰੀ ਚੀਜ਼ ਜਿਹੜੀ ਆ ਸਟੇਜਸ ਵਿੱਚ ਫੈਸਲੇ ਹੁੰਦੇ ਆ। ਪਰ ਅਸੀਂ ਇਨ ਪ੍ਰਿੰਸੀਪਲ ਕਿਸਾਨ ਅੰਦੋਲਨ ਦੇ ਨਾਲ ਹੈ। ਅਸੀਂ ਨਹੀਂ, ਮੈਂ ਖਾਲਦ ਸਾਹਿਬ ਦੀ ਇਸ ਗੱਲ ਨਾਲ ਵੀ ਸਹਿਮਤ ਨਹੀਂ ਹੈਗਾ ਕਿ ਇਹ ਰੈਪਰੈਜ਼ੈਂਟੇਸ਼ਨ ਐਕਟ ਦੀ ਲੰਘਣਾ ਆ। ਲੋਕਾਂ ਨੂੰ ਸਗੋਂ ਹੱਕ ਹੋਣਾ ਚਾਹੀਦਾ ਸਿਆਸੀ ਬੰਦਿਆਂ ਨਾਲ ਗੱਲ ਕਰਨ ਨੂੰ, ਆਪਣੇ ਸੁਝਾਅ ਦੇਣ ਸਿਆਸੀ ਲੋਕਾਂ ਨੂੰ ਵੀ ਇਸ ਤਰ੍ਹਾਂ ਕਰੋ, ਤੁਸੀਂ ਇਸ ਤਰ੍ਹਾਂ ਨਾ ਕਰੋ। ਇਹ ਤਾਂ ਗੱਲ ਸਹੀ ਹੈ ਨਾ, ਲੋਕਾਂ 'ਚ ਵੰਡੀਆਂ ਪੈ ਰਹੀਆਂ ਜਦੋਂ ਇੰਨੀ ਦੇਰ ਪਹਿਲਾਂ ਇਹ ਵੱਡੀਆਂ ਲੜਾਈਆਂ ਹੋ ਰਹੀਆਂ। ਔਰ ਸਾਡੀ ਅੰਦਰ ਜੋ ਡਿਸਕਸ਼ਨ ਹੋਈ ਸੀ ਉਹਦੇ ਵਿੱਚ ਕਲੀਅਰ ਕੱਟ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਅਸੀਂ ਇਹ ਵੰਡੀਆਂ ਨਹੀਂ ਪੈਣ ਦੇਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਹਾਲਾਤ ਨਾਰਮਲ ਰਵੇ। ਇਸ ਭਾਵਨਾ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ। ਹੁਣ ਜੇ ਤੁਹਾਡੀ ਕੋਈ ਪੋਲੀਟੀਕਲ ਐਕਟੀਵਿਟੀ ਹੋਈ ਫਿਰ ਉਹਦੀ ਜਵਾਬਦੇਹੀ ਵੀ ਤੁਹਾਡੀ ਹੋਏਗੀ। ਤੁਸੀਂ ਕਹਿ ਰਹੇ ਹੋ ਕਿ ਅਸੀਂ ਪਹਿਲਾਂ ਗੱਲਬਾਤ ਕਰਾਂਗੇ। ਨਹੀਂ, ਮੈਂ ਨਹੀਂ ਕਿਹਾ ਅਸੀਂ ਪਹਿਲਾਂ ਗੱਲਬਾਤ ਕਰਾਂਗੇ। ਦੇਖੋ ਉਸ ਤੋਂ ਬਾਅਦ ਕੋਈ ਰੈਲੀ ਰੂਲੀ ਜਾਂ ਕੋਈ ਮੇਰੀ ਗੱਲ ਸੁਣੋ ਹਰਪ੍ਰੀਤ ਜੀ, ਮੈਂ ਆਮ ਆਦਮੀ ਪਾਰਟੀ ਦਾ ਡਿਸਪਲਿਨਡ ਸਿਪਾਹੀ ਹਾਂ। ਜੋ ਆਮ ਆਦਮੀ ਪਾਰਟੀ ਫੈਸਲਾ ਕਰੇਗੀ ਮੈਂ ਉਹੀ ਕਰਾਂਗਾ। ਪਰ ਮੈਂ ਦਿਲੋਂ, ਸਾਡੀ ਪਾਰਟੀ ਵੀ ਤੇ ਮੈਂ ਵੀ ਦਿਲੋਂ, ਅਸੀਂ ਕਿਸਾਨ ਅੰਦੋਲਨ ਨੂੰ ਸਮਰਪਿਤ ਹਾਂ। ਇਦਾਂ ਨਹੀਂ ਹੈ ਵੀ ਅਸੀਂ ਸਾਡੀ ਪਾਰਟੀ ਕਹੇਗੀ ਤੇ ਮੈਂ ਕਹਾਂਗਾ ਵੀ ਨਹੀਂ ਅਸੀਂ ਪਹਿਲਾਂ ਪੁੱਛਣ ਜਾਣਾ ਜਾਂ ਕਿਸ ਤਰ੍ਹਾਂ। ਸਾਰੀਆਂ ਪੋਲੀਟੀਕਲ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਕਿਸਾਨੀ ਅੰਦੋਲਨ ਦੇ ਨਾਲ ਖੜੇ ਆ, ਕਿਸਾਨੀ ਅੰਦੋਲਨ ਨੂੰ ਸਮਰਪਿਤ ਆ। ਪਰ ਇਸ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਸਵਾਲ ਵੀ ਨਾ ਪੁੱਛਿਆ ਜਾਵੇ। ਨਹੀਂ ਪੁੱਛੋ ਤੁਸੀਂ, ਗੇਂਦ ਜਿਹੜੀ ਸਾਡੇ ਪਾਲੇ 'ਚ ਨਹੀਂ ਹੈ, ਗੇਂਦ ਇਸ ਵੇਲੇ ਕਿਸਾਨ ਨੂੰ ਜਥੇਬੰਦੀਆਂ ਦੇ ਪਾਲੇ। ਇਹ ਤੈਅ ਕਰਨ ਹੁਣ ਕੀ ਕਰਨਾ ਹੈ, ਕਿਉਂਕਿ ਇਹ ਹੁਣ ਜਥੇਬੰਦੀਆਂ ਨੇ ਹੀ ਫੈਸਲਾ ਕੀਤਾ ਸੀਗਾ ਕਿ ਸਰਕਾਰ ਸਿਰਫ ਕੰਮ ਕਰ ਸਕਦੀ ਹੈ ਆਪਣੇ ਤੌਰ ਤੇ, ਪਰ ਜੇ ਕਾਂਗਰਸ ਪਾਰਟੀ ਸਰਕਾਰ ਦੀ ਐਵੇਂ ਦੇ ਵਿੱਚ ਕਰ ਰਹੀ ਹੈ ਤਾਂ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁਣ ਕਿਸਾਨ ਭਰਾਵਾਂ ਤੇ ਹੈ ਕਿ ਉਹ ਫੈਸਲਾ ਕੀ ਕਰਦੇ ਨੇ। ਖੁੱਲਰ ਸਾਹਿਬ ਨੇ ਜਾਣਾ ਕਿਤੇ। ਖੁੱਲਰ ਸਾਹਿਬ, ਇੱਕ ਸਵਾਲ ਲਾਸਟ ਮੈਂ ਤੁਹਾਡੇ ਤੋਂ ਲੈ ਲਵਾਂ, ਫਿਰ ਮੈਂ ਖਾਲਿਦ ਸਾਹਿਬ ਤੋਂ ਵਾਪਸੀ ਜਾਂਦੇ ਜਾਂਦੇ ਸਵਾਲ ਜ਼ਰੂਰ ਲਾਂਗਾ। ਖੁੱਲਰ ਸਾਹਿਬ, ਹੁਣ ਸਵਾਲ ਇਹ ਖੜਾ ਹੁੰਦਾ ਕਿ ਤੁਹਾਡੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ, ਤੁਸੀਂ ਸਰਕਾਰ ਹੋ, ਤੁਸੀਂ ਸੱਤਾਧਾਰੀ ਧਿਰ ਹੋ। ਜੇ ਕਿਸਾਨ ਭਾਈਚਾਰੇ ਨੇ ਇਹ ਫੈਸਲਾ ਕੀਤਾ ਜਾਂ ਕਿਸੇ ਵੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਕਿ ਇੱਦਾਂ ਦਾ ਪ੍ਰਚਾਰ ਨਹੀਂ ਕਰਨਾ, ਤਾਂ ਇਹ ਉਦਾਹਰਨ ਤੁਹਾਨੂੰ ਪੇਸ਼ ਕਰਨੀ ਚਾਹੀਦੀ ਸੀ ਕਿ ਅਸੀਂ ਸਨਮਾਨ ਕਰਦੇ ਹਾਂ, ਅਸੀਂ ਸਭ ਤੋਂ ਪਹਿਲਾਂ ਇਸ ਫੈਸਲੇ ਤੇ ਫੁੱਲ ਚੜਾਉਂਦੇ ਹਾਂ, ਪਰ ਤੁਸੀਂ ਤਾਂ ਉਲਟਾ ਹੀ ਚੱਲ ਪਏ। ਹੁਣ ਉਹਦੀ ਜਵਾਬਦੇਹੀ ਕੀ ਹੈ ਫਿਰ? ਨਹੀਂ, ਗੱਲ ਇਹ ਆ ਹਰਪ੍ਰੀਤ ਜੀ ਕਿ ਦੇਖੋ ਇਹ ਆਲਰੇਡੀ ਜਿਹੜੇ ਰਾਜੇਵਾਲ ਸਾਹਿਬ ਨੇ ਵੀ ਗੱਲ ਕੀਤੀ ਸੀ। ਅਸੀਂ ਸਾਰਾ ਜਿਹੜਾ ਪਹਿਲਾਂ ਦਾ ਪ੍ਰੋਗਰਾਮ ਦੱਸਿਆ ਸੀ, ਉਹਨਾਂ ਨੇ ਸਾਨੂੰ ਇਹ ਖੁੱਲ੍ਹ ਦਿੱਤੀ ਸੀ ਵੀ ਤੁਸੀਂ ਆਪ ਵੀ ਆਪਣੀ ਸਟੇਟਮੈਂਟ 'ਚ ਕਿਹਾ ਵਾ ਉਹਦੇ ਮੁਤਾਬਕ ਹੀ ਸੀਐਮ ਸਾਹਿਬ ਦਾ ਫੰਕਸ਼ਨ ਸੀ ਜਾਂ ਜਿਹੜੇ ਹੋਏ ਨੇ, ਕੋਈ ਵੱਡੀ ਰੈਲੀ ਜਾਂ ਕੋਈ ਇਹੋ ਜਿਹਾ ਅਸੀਂ ਇਕੱਠ ਨਹੀਂ ਕੀਤਾ ਕਿ ਕੋਈ 10,000 ਦੀ ਰੈਲੀ ਜਾਂ 20,000 ਦੀ ਰੈਲੀ ਕਰ ਲਈ ਆ। ਬਾਕੀ ਸਰਕਾਰ ਦੇ ਜਿਹੜੇ ਆਪਣੇ ਕੰਮ ਨੇ, ਇਲੈਕਸ਼ਨ ਈਅਰ ਹੈ ਜੀ, ਪਾਲਿਸੀਜ਼ ਲੈ ਕੇ ਜਾਣੀਆਂ ਨੇ, ਉਦਘਾਟਨ ਵੀ ਹੋਣੇ ਨੇ, ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ। ਸੋ ਉਹਦੇ ਮੁਤਾਬਕ ਇਹਨੂੰ ਇਸ ਗੱਲ ਨਾਲ ਨਾ ਜੋੜ ਕੇ ਵੇਖਿਆ ਜਾਵੇ ਜੀ ਅਸੀਂ ਕੋਈ ਉਲਟ ਕਿਸਾਨਾਂ ਦੇ ਚੱਲ ਰਹੇ ਹਾਂ। ਕਿਸਾਨਾਂ ਨੂੰ ਵੀ ਪਤਾ ਕਿ ਜੋ ਸ਼ੁਰੂ ਤੋਂ ਅੰਦੋਲਨ ਸ਼ੁਰੂ ਹੋਇਆ ਵਾ ਅਸੀਂ ਪੂਰੀ ਸਪੋਰਟ ਕਰਦੇ ਆ ਰਹੇ ਹਾਂ। ਪੰਜਾਬ 'ਚ ਦਿੱਲੀ ਤੱਕ ਅਸੀਂ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਨੇ। ਹਰਪ੍ਰੀਤ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਸਰਕਾਰ ਤੇ ਪਾਰਟੀ ਦੇ ਕੰਮਾਂ 'ਚ ਫਰਕ ਹੁੰਦਾ ਨਾ। ਅੱਜ ਦੀ ਜਿਹੜਾ ਸੀਐਮ ਦਾ ਫੰਕਸ਼ਨ ਕਹਿ ਰਹੇ ਨੇ ਨਾ ਖੁੱਲਰ ਸਾਹਿਬ, ਉਹ ਇੱਕ ਸਿਆਸੀ ਰੈਲੀ ਸੀ। ਅਸੀਂ ਉਹਨੂੰ ਸਿਆਸੀ ਰੈਲੀ ਕਹਾਂਗੇ। ਇਸ ਹਿਸਾਬ ਨਾਲ ਕਿਸਾਨਾਂ ਨੂੰ ਅੱਗੇ ਸੋਚਣਾ ਚਾਹੀਦਾ ਹੈ। ਸੰਘੇੜਾ ਸਾਹਿਬ ਹੁਣ ਤੁਹਾਡੇ ਤੇ ਪੱਲੇ ਦਾ ਨਹੀਂ ਨਹੀਂ ਆ, ਬਿਲਕੁਲ ਸਿਆਸੀ ਰੈਲੀ ਸੀ। ਤੁਸੀਂ ਕਿਸਾਨਾਂ ਦੇ ਨਾਲ ਹੋਣਾ, ਉਹਨੇ ਲੋਕਾਂ ਨੂੰ ਪਤਾ ਵਾ, ਲੋਕਾਂ ਨੂੰ ਪਤਾ ਵਾ ਜਿੰਨਾ ਕਿ ਤੁਹਾਡੇ ਪੱਲੇ ਹੈਗਾ, ਜਿੰਨੇ ਕਿ ਕਿਸਾਨਾਂ ਦੇ ਨਾਲ ਹੋਣਾ
ਤੁਸੀਂ ਅਕਾਲੀ ਦਲ ਆਮ ਆਦਮੀ ਖੁੱਲਰ ਪਾਰਟੀ ਸਾਹਿਬ ਅਸੀਂ ਜਾਂਦੇ ਲੋਕਾਂ ਨੂੰ ਪਤਾ ਖੁੱਲਰ ਸਾਹਿਬ ਕਿਸਾਨਾਂ ਜਾਂਦੇ ਜਾਂਦੇ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ। ਮੇਰਾ ਜਵਾਬ ਵੀ ਬਣਦਾ ਹੈ ਇੱਕ ਇੱਕ ਮੇਰਾ ਜਵਾਬ ਵੀ ਬਣਦਾ ਹੈ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣੀ ਮੈਂ ਨਾ ਕਿਤੇ 5 ਜਾਣਾ ਮੈਂਬਰੀ ਜੀ ਕਮੇਟੀ ਹੁਣ। 'ਚ ਸਹਿਮਤੀ ਦਿੱਤੀ ਆ ਉਹ ਵੈਬਸਾਈਟ ਤੇ ਪਿਆ ਆ ਉਹ ਨੀਤੀ ਆਯੋਗ ਦੀ ਵੈਬਸਾਈਟ ਤੇ ਉਹ ਫੈਸਲਾ ਪਿਆ ਆ ਇਹ ਸਾਨੂੰ ਕਹੀ ਜਾਂਦੇ ਆ ਉਹਦੇ ਵਿੱਚ ਤਾਂ ਲਿਖਿਆ ਕੋਈ ਸਹਿਮਤੀ ਦੀ ਲੋੜ ਹੀ ਨਹੀਂ ਹੈ ਐਵੇਂ ਝੂਠੇ ਦੋਸ਼ ਲਾਈ ਜਾਂਦੇ ਦਾ ਪ੍ਰਚਾਰ ਖੁੱਲਰ ਸਾਹਿਬ ਇੱਕ ਸਵਾਲ ਹੈ ਜੀ ਨਾ ਦਿਆ ਕਰੀਏ ਖੁੱਲਰ ਆਮ ਸਾਹਿਬ ਆਦਮੀ ਪਾਰਟੀ ਨੇ ਕੋਈ ਝੂਠ ਬੋਲਣ ਦਾ ਠੇਕਾ ਲੈ ਲਿਆ ਖੁੱਲਰ ਸਾਹਿਬ ਇੱਕ ਆਮ ਸਵਾਲ ਆਦਮੀ ਲੈ ਲਓ ਪਾਰਟੀ ਜੀ ਇੱਕ ਮਿੰਟ ਖੁੱਲਰ ਨਾ ਸਾਹਿਬ ਬੋਲਿਆ ਕਰੇ ਹਾਂ ਖੁੱਲਰ ਸਾਹਿਬ ਇੱਕ ਸਵਾਲ ਸੈਕਿੰਡ ਬਾਅਦ ਲੈ ਲਓ ਜੀ 30 ਸੈਕਿੰਡ ਤੁਸੀਂ ਪਾਰਟੀ ਦੇ ਸੀਨੀਅਰ ਵਾਈਸ ਚੇਅਰਮੈਨ ਸਰਕਾਰ ਦੇ ਵਿੱਚ ਸੀਨੀਅਰ ਵਾਈਸ ਚੇਅਰਮੈਨ ਹੋ ਪਾਰਟੀ ਦੇ ਪ੍ਰਵਕਤਾ ਹੋ ਤੁਹਾਡਾ ਪ੍ਰਧਾਨ ਕਹਿ ਰਹੇ ਨੇ ਕਿ ਮੁੱਖ ਮੰਤਰੀ ਨੇ ਤਿੰਨੇ ਕਾਨੂੰਨਾਂ 'ਚ ਸੋਧਾਂ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਹੁਣ ਤੁਸੀਂ ਸਰਕਾਰ ਦੇ ਪਿੱਠ ਪੂਰਦੇ ਹੋ ਕਿ ਪ੍ਰਧਾਨ ਦੀ ਪੂਰਦੇ ਹੋ? ਚਲੋ ਗੱਲ ਇਹ ਆ ਜੀ ਕੋਈ ਧੋਖਾ ਕਿਹੜਾ ਕੀਤਾ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਮੀਟਿੰਗ ਸੱਦੀ ਤੁਸੀਂ ਆਲ ਪਾਰਟੀ ਮੀਟਿੰਗ 'ਚ ਅਕਾਲੀ ਦਲ ਗੈਪ ਰਿਹਾ ਉਹਨੇ ਕਿਹਾ ਇਹਦਾ ਵਿਰੋਧ ਕੀਤਾ ਤੁਸੀਂ ਪ੍ਰਧਾਨ ਦੀ ਸਥਿਤੀ ਕਲੈਰੀਫਾਈ ਕਰ ਦਿਓ ਜੀ ਨਵਜੋਤ ਸਿੱਧੂ ਦੀ ਕਲੇਰ ਸਾਹਿਬ ਤੁਸੀਂ ਨਵਜੋਤ ਸਿੱਧੂ ਦੀ ਤੁਸੀਂ ਪਾਰਟੀ ਦੇ ਪ੍ਰਵਕਤਾ ਹੋ ਤੁਹਾਡਾ ਪ੍ਰਧਾਨ ਤੁਹਾਡੀ ਸਰਕਾਰ ਦੇ ਉਂਗਲ ਚੱਕ ਰਿਹਾ ਉਹਨੂੰ ਕਲੈਰੀਫਾਈ ਕਰਨਾ ਇੱਕ ਪ੍ਰਵਕਤਾ ਦਾ ਫਰਜ਼ ਹੈ। ਚਲੋ ਇੱਕ ਮਿੰਟ ਖਾਲਸਾ ਸਾਹਿਬ ਮੈਂ ਮੇਰੇ ਕੋ ਸਮਾਂ ਘੱਟ ਹੈ ਮੇਰੇ ਕੋ ਸਮਾਂ ਘੱਟ ਹੈ ਪੰਜ ਮੁੱਖ ਮੰਤਰੀਆਂ ਦੀ ਮੈਂ ਦਾਅਵੇ ਨਾਲ ਕਹਿ ਰਿਹਾ ਨੀਤੀ ਆਯੋਗ ਦੀ ਵੈਬਸਾਈਟ ਤੇ ਸਰਕਾਰੀ ਵੈਬਸਾਈਟ ਹੈ ਉਹ ਦੇਖਿਆ ਉੱਥੇ ਫੈਸਲਾ ਇਹ ਪਹਿਲਾਂ ਮੀਟਿੰਗਾਂ ਅਟੈਂਡ ਕਰਦੇ ਰਹੇ ਚਲੋ ਮੇਰੇ ਕੋ ਸਮਾਂ ਘੱਟ ਹੈ ਮੇਰੇ ਕੋ ਸਮਾਂ ਘੱਟ ਹੈ ਮਾੜੀ ਹੋ ਜਾਣੀ ਹੈ ਜਾਂਦੇ ਜਾਂਦੇ ਖਾਲਿਦ ਸਾਹਿਬ ਤੋਂ 30 ਸੈਕਿੰਡ ਖਾਲਿਦ ਸਾਹਿਬ ਤੋਂ ਗਦਾਰ ਕਿਸਾਨਾਂ ਦੇ ਗਦਾਰ ਤੁਸੀਂ ਪੂਰੇ ਮੁੱਦੇ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਅੱਗੇ ਹੁਣ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਜੇ ਕਿਸਾਨ ਜਥੇਬੰਦੀਆਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ ਤਾਂ ਕੀ ਸਵਾਲ ਨਹੀਂ ਖੜਾ ਹੋਏਗਾ? ਦੇਖੋ ਇਦਾਂ ਹੈ ਆਲਰੇਡੀ ਕੁਐਸਚਨ ਤੋਂ ਹੋਣ ਲੱਗ ਗਏ ਹੈ ਕਿਸਾਨ ਜਥੇਬੰਦੀਆਂ ਦੇ ਅੰਦਰੋਂ ਵੀ ਤੇ ਪੋਲੀਟੀਕਲ ਪਾਰਟੀਆਂ ਵੱਲੋਂ ਵੀ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਕਿ ਹਰ ਪੋਲੀਟੀਕਲ ਪਾਰਟੀ ਨੇ ਕੋਈ ਨਾ ਕੋਈ ਚੋਰ ਮੋਰੀ ਲੱਭ ਲੈਣੀ ਹੈ ਪੋਲੀਟੀਕਲ ਐਕਟੀਵਿਟੀਜ਼ ਨੂੰ ਕੰਟੀਨਿਊ ਰੱਖਣ ਦੇ ਚਾਹੇ ਓਪਨਲੀ ਚਾਹੇ ਉਹ ਹਿਡਨ ਤਰੀਕੇ ਦੇ ਨਾਲ ਔਰ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ। ਮੈਂ ਦੁਬਾਰਾ ਇਹ ਗੱਲ ਕਹੂੰਗਾ ਕਿ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੇ ਜਿਹੜੇ ਖਦਸ਼ੇ ਹੈ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਵੱਲੋਂ। ਦੇਖੋ ਹਰ ਪੰਜਾਬੀ ਕਿਸੇ ਵੀ ਤਰ੍ਹਾਂ ਦਾ ਹੋਵੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਜਿੱਥੇ ਤੱਕ ਕਿ ਅੰਦੋਲਨ ਦਾ ਸਵਾਲ ਹੈ ਲੇਕਿਨ ਅਗਰ ਅੰਦੋਲਨ ਪੋਲਿਟਿਕਸ ਦੇ ਵਿੱਚ ਮੈਡਲ ਕਰਨਾ ਸ਼ੁਰੂ ਕਰ ਦੇਗਾ ਇਦਾਂ ਲੱਗਦਾ ਹੈ ਔਰ ਇੱਕ ਲੈਵਲ ਪਲੇਇੰਗ ਫੀਲਡ ਤੋਂ ਆਪੋਜੀਸ਼ਨ ਜਿਹੜੀ ਹੈਗੀ ਹੈ ਉਹਦੇ ਅਗੇਂਸਟ ਬਾਇਸ ਨਜ਼ਰ ਆ ਰਿਹਾ ਹੈ ਤਾਂ ਉਸ ਚੀਜ਼ ਨੂੰ ਐਡਰੈਸ ਕਰਨ ਵਾਸਤੇ ਇਸ ਫੈਸਲੇ ਨੂੰ ਮੁੜ ਵਿਚਾਰਨਾ ਚਾਹੀਦਾ ਹੈ। ਅਗਰ ਉਹਨਾਂ 'ਚ ਕੋਈ ਸੋਧਾਂ ਦੀ ਲੋੜ ਹੈ ਸੋਧਾਂ ਕਰਨੀਆਂ ਚਾਹੀਦੀਆਂ ਅਗਰ ਇਹ ਫੈਸਲਾ ਵਾਪਸ ਲੈਣ ਦੀ ਲੋੜ ਹੈ ਤਾਂ ਵਾਪਸ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਪੱਥਰ ਤੇ ਲਕੀਰ ਤਾਂ ਹੈ ਹੀ ਨਹੀਂ। ਆਪਾਂ ਨੇ ਦੇਖ ਹੀ ਲਿੱਤਾ ਰਿਐਕਸ਼ਨ ਪੋਲੀਟੀਕਲ ਪਾਰਟੀਆਂ ਦਾ ਕੀ ਆ ਰਿਹਾ ਹੈ ਔਰ ਜ਼ਿਆਦਾਤਰ ਪੋਲੀਟੀਕਲ ਪਾਰਟੀਆਂ ਆਪਣੇ ਆਪ ਨੂੰ ਸਫੋਕੇਟਡ ਫੀਲ ਕਰ ਰਹੀਆਂ ਡਿਸਪਾਈਟ ਦਾ ਫੈਕਟ ਕਿ ਓਪਨਲੀ ਉਹ ਇਸ ਚੀਜ਼ ਨੂੰ ਅਪੋਜ਼ ਨਹੀਂ ਕਰ ਸਕਦੀਆਂ ਕਿਉਂਕਿ ਕੱਲ ਨੂੰ ਉਹਨਾਂ ਨੇ ਇਲੈਕਸ਼ਨਾਂ ਲੜਨੀਆਂ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਦੁਬਾਰਾ ਤੇ ਮੀਟਿੰਗ ਹੋ ਕੇ ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨ ਹੈ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸੌਰਟ ਆਊਟ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਅੰਦੋਲਨ ਵੀ ਚੱਲਦਾ ਰਹੇ ਔਰ ਪੋਲੀਟੀਕਲ ਐਕਟੀਵਿਟੀ 'ਚ ਵੀ ਕੋਈ ਗੈਪ ਨਾ ਆਵੇ। ਪੋਲੀਟੀਕਲ ਐਕਟੀਵਿਟੀ ਬਿਜਲੀ ਦੇ ਸੁੱਚ ਮੰਗੋ ਨਹੀਂ ਹੁੰਦੀ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਉਹ ਕੰਟੀਨਿਊਸ ਪ੍ਰੋਸੈਸ ਵੀ ਕੰਟੀਨਿਊ ਰਹਿਣਾ ਚਾਹੀਦਾ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਉਹ ਵੀ ਇਹੀ ਸੋਚਦੀਆਂ ਨੇ ਕਿ ਇਸ ਗੱਲ ਦਾ ਲਾਹਾ ਭਾਵੇਂ ਉਹ ਸਿੱਧੇ ਤੌਰ ਤੇ ਵੀ ਅਸਿੱਧੇ ਤੌਰ ਤੇ ਹੋਵੇ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਦਿੱਤਾ ਜਾ ਰਿਹਾ ਇਸ ਕਰਕੇ ਸਾਡੇ ਨਾਲ ਧੱਕਾ ਹੋ ਰਿਹਾ ਇਸ ਦੁਬਾਰਾ ਸੋਚਣਾ ਚਾਹੀਦਾ ਇਸ ਫੈਸਲੇ ਤੇ ਦੁਬਾਰਾ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ। ਉਹ ਅੰਦੋਲਨ ਜਿਹੜਾ ਸ਼ੁਰੂ ਤੋਂ ਹੀ ਸਿਆਸਤ ਤੋਂ ਨਿਰਲੇਪ ਲਿਆ ਸਿਆਸਤ ਤੋਂ ਬਹੁਤ ਦੂਰ ਰਿਹਾ ਖੁਦ ਹੀ ਸਿਆਸਤ ਦੇ ਵਿੱਚ ਇਨਵੋਲਵਮੈਂਟ ਕਰਕੇ ਕਿ ਅਸੀਂ ਆਪਣੇ ਅੰਦੋਲਨ ਦਾ ਸਿਆਸੀਕਰਨ ਤਾਂ ਨਹੀਂ ਕਰ ਰਹੇ ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।